ਅਕਾਲੀਆਂ ਅਤੇ ਕਾਂਗਰਸੀਆਂ ਦੇ ਇੱਕ ਦੂਸਰੇ ਤੇ ਦੋਸ਼ ਲੱਗ ਰਹੇ ਨੇ। ਇਹਨਾਂ ਦੋਸ਼ਾਂ ਦੇ ਵਿੱਚ ਸੱਚਾਈ ਵੀ ਦੋਨੇ ਪਾਰਟੀਆਂ ਕੋਲ ਹੈਗੀ ਹੈ ਕਿ ਦੋਨੋਂ ਪਾਰਟੀਆਂ ਤਿਕੜਮਬਾਜ਼ੀ ਦੇ ਵਿੱਚ ਜਾਂ ਮੁੱਦਿਆਂ 'ਚ ਘਿਰ ਰਹੀਆਂ ਨੇ। ਪਰ ਇਹਨਾਂ ਦੋਨਾਂ ਦੇ ਘਿਰਨ ਦਾ ਇਹ ਜਿਹੜੇ ਦੋਨੋਂ ਆਪੋਜੀਸ਼ਨ ਨੇ, ਨਾ ਨਵਜੋਤ ਸਿੰਘ ਸਿੱਧੂ ਤੇ ਨਾ ਹੀ ਜਿਹੜਾ ਹੈਗਾ ਆਮ ਆਦਮੀ ਪਾਰਟੀ, ਕੋਈ ਬਹੁਤਾ ਫਾਇਦਾ ਨਹੀਂ ਲੈ ਸਕਦੀਆਂ। ਸਿੱਧੂ ਸਾਹਿਬ ਜੇਕਰ ਖੜੇ ਹੁੰਦੇ ਆ, ਕਾਂਗਰਸ ਤੋਂ ਲਾਹਾ ਹੋ ਕੇ ਪਾਰਟੀ ਖੜੀ ਕਰਦੇ ਆ, ਸਾਡੇ ਨਾਲ 50 ਬੰਦੇ ਇੱਦਾਂ ਦੇ ਜੁੜੇ ਆ ਜਿਹੜੇ 1 ਕਰੋੜ ਇਕੱਠਾ ਕਰਕੇ ਪਹਿਲਾਂ ਸਰ ਤੋਂ ਸਿੱਧੂ ਨੂੰ ਦੇਣਗੇ ਚੈੱਕ। ਅਗਰ ਨਵਜੋਤ ਸਿੰਘ ਸਿੱਧੂ ਹੈ ਉਹ ਜਿੱਤੇਗਾ ਪੰਜਾਬ 'ਚ, ਤੁਸੀਂ ਵੇਖੋ ਕਿ NRI ਖਾਸ ਕਰਕੇ ਜਿਹੜੀ ਇੰਡੀਅਨ ਓਵਰਸੀਜ਼ ਕਾਂਗਰਸ ਹੈ ਉਸ ਦੇ ਆਗੂਆਂ ਨਾਲ ਮੁਲਾਕਾਤ ਕਰੀ ਜਾ ਰਹੇ ਨੇ। ਤੇ ਗੱਲ ਇਹ ਹੈ ਕਿ ਉਹ ਕਾਂਗਰਸ ਦੇ ਵੱਡੇ ਲੀਡਰ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਉਭਾਰ ਰਿਹਾ। ਉਹ ਜਿਹੜੀ ਵੀਡੀਓ ਕੱਲ੍ਹ ਅਪਲੋਡ ਹੋਈ ਹੈ, ਸਾਹਿਬ ਸਾਡੇ ਹਿਸਾਬ ਨਾਲ ਤਾਂ ਉਹ ਹੁਣ ਆਪਣਾ ਅਸਕ ਗਵਾ ਚੁੱਕੇ ਹਨ। ਹੁਣ ਜਿੱਦਾਂ ਉਹ ਬਾਰ-ਬਾਰ ਪਾਰਟੀ ਵੀ ਬਦਲ ਚੁੱਕੇ ਹਨ ਤੇ ਇਸ ਮੁਹਿੰਮ ਦੇ ਵਿੱਚ, ਇਸ ਸਮਝੌਤੇ ਵਿੱਚ ਵੀ ਕੈਪਟਨ ਨੇ ਉਹਨਾਂ ਨੂੰ ਪੱਟੀ ਮਾਰ ਦਿੱਤੀ ਹੈ। ਆਮ ਆਦਮੀ ਪਾਰਟੀ ਜਾਂ ਨਵਜੋਤ ਸਿੰਘ ਸਿੱਧੂ ਧੜਾ ਕੋਈ ਬਹੁਤਾ ਪੋਜ਼ਿਟਿਵ ਹਾਸਲ ਨਹੀਂ ਕਰ ਰਿਹਾ। ਮੋਦੀ ਜੀ ਉਹਨਾਂ ਨੂੰ ਪਹਿਲਾਂ ਪੁੱਛਣਾ ਚਾਹੁੰਦਾ, ਕਹਿੰਦੇ 80 ਕਰੋੜ ਬੰਦਿਆਂ ਨੂੰ ਅਸੀਂ ਕਣਕ ਦੇ ਦਿੱਤੀ ਆ, 5 ਕਿਲੋ ਕਣਕ ਤਾਂ ਸਾਡੇ ਕੁੱਕੜ ਖਾ ਜਾਂਦੇ ਆ ਇੱਕ ਦਿਨ 'ਚ। ਅੱਜ ਦਾ ਡੀਜ਼ਲ ਮਹਿੰਗਾ ਕੀਤਾ ਪਿਆ ਆ, ਲੱਕ ਤੋੜਤਾ ਸਾਡੇ ਜ਼ਿਮੀਂਦਾਰ ਦਾ। 20,000 ਅੱਗੇ ਮਰਿਆ ਜ਼ਿਮੀਂਦਾਰ, ਆ ਹੁਣ ਫੇਰ ਫਾਹੇ ਲੈਣੇ ਸ਼ੁਰੂ ਕਰ ਦੇਣੇ ਆ। ਕੈਪਟਨ ਸਾਹਿਬ ਤੁਸੀਂ ਕਹਿੰਦੇ ਆ ਅਸੀਂ ਨਰਸਾਂ ਭਰਤੀ ਕਰਨੀ ਆ, ਤੁਸੀਂ ਨਰਸਾਂ ਨੂੰ 10,000 ਤਾਂ ਤਨਖਾਹ ਦਿੰਦੇ ਆ। ਸ਼ਾਇਦ ਪੰਜਾਬ ਦੇ ਕਿਸਾਨਾਂ ਤੋਂ ਜਿਹੜੀ ਟਿਊਬਵੈੱਲ ਕਨੈਕਸ਼ਨਾਂ ਤੇ ਫ੍ਰੀ ਬਿਜਲੀ ਚੱਲਦੀ ਹੈ ਉਹ ਵੀ ਖੁੱਸਣ ਦੀ ਤਿਆਰੀ 'ਚ ਹੈ। ਇਸ ਮੁੱਦੇ 'ਚ ਵੀ ਅਕਾਲੀ ਦਲ ਬਾਦਲ ਘਿਰੇਗਾ। ਸਾਡੇ ਜਿਹੜੇ ਕਾਕਰੋਚ ਬੈਡਰੂਮ ਤੱਕ ਤੁਰੇ ਫਿਰਦੇ ਨੇ, ਡਾਈਨਿੰਗ ਟੇਬਲ ਤੱਕ ਤੁਰੇ ਫਿਰਦੇ ਨੇ, ਇਹ ਕਾਕਰੋਚ ਅਮਰੀਕਾ ਤੋਂ ਆਏ। ਇਹ ਇੱਥੇ ਸਪਰੈਸ਼ਨ ਆ, ਇੱਥੇ ਪਸ਼ੂਆਂ ਵਾਂਗੂ ਕੰਮ ਕਰਾਇਆ ਜਾਂਦਾ ਤੇ ਆਮ ਚੀਨੀ ਲੋਕ ਫਿਰ ਹਰ ਜਗ੍ਹਾ ਜਾ ਕੇ ਇਹਨੇ ਬਿਜ਼ਨਸ ਕਿਉਂ ਖਰੀਦ ਰਹੇ ਨੇ। ਸਾਹਿਬ ਤੁਸੀਂ ਮਨ ਕੀ ਬਾਤ ਤੇ ਇੰਨਾ ਬੋਝ ਨਾ ਪਾਓ, ਹੋਰ ਨਾ ਕਿਤੇ ਟੋਇਆ ਛੱਡ ਦੇਵੇ, ਕਿਉਂਕਿ ਇੱਕ ਤਾਂ ਚਾਈਨਾ ਨੇ 56 ਦਾ 26 ਬਣਾਤਾ ਹੈ। ਜੇ ਸਾਡੇ ਸਹੀ ਸਿਸਟਮ ਹੋਵੇ, ਜੇ ਸਾਡੇ ਹਿੱਸੇਦਾਰੀਆਂ ਲੀਡਰ ਜਾਂ ਅਫਸਰ ਨਾ ਰੱਖਣ ਤੇ ਸਾਡੇ ਜਿਹੜਾ ਕੋਈ ਮਰਜ਼ੀ ਕਰ ਲਓ ਜੀ। ਸਾਡੇ ਪ੍ਰੋਬਲਮ ਤਾਂ ਜਿਹੜੀ ਆਉਂਦੀ ਆ ਉਹ ਹੈ ਜੇ ਕੋਈ ਬਾਹਰੋਂ ਆਉਂਦਾ ਜਾਂ ਜੇ ਕੋਈ ਘਰ ਦਾ ਹੀ ਫੈਕਟਰੀ ਲਾਉਂਦਾ ਹੈ, ਉਹ ਵਿਚਾਰੇ ਨੂੰ ਕਜੂੰਬੜ ਦਾ ਉਹਦਾ ਕੱਢ ਦਿੰਦੇ ਨੇ। ਸਰਕਾਰਾਂ ਵਾਲੇ ਤੁਸੀਂ ਸਾਨੂੰ ਦੱਸੋਗੇ ਕਿ ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ। ਸਤਿ ਸ਼੍ਰੀ ਅਕਾਲ, ਸਲਾਮ ਅਰਜ਼ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ। ਜਿਸ ਵਕਤ ਜੁੜੇ ਨੇ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਥੋੜ੍ਹਾ ਦੇਰੀ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਦੇਰੀ ਦੇ ਲਈ ਮਾਫੀ, ਦੇਰ ਆਇਤ ਦਰੁਸਤ ਆਇਤ। ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਭਾਰਤ ਦੇ ਵਿੱਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ, ਇਸ ਵਾਧੇ ਨੂੰ ਲੈ ਕੇ ਸੂਬਾਈ ਸਰਕਾਰਾਂ ਨੂੰ ਆਪੋਜੀਸ਼ਨ ਘੇਰ ਰਹੀ ਹੈ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਕਾਲੀ ਘੇਰ ਰਹੇ ਨੇ ਕਿ ਤੁਸੀਂ ਡੀਜ਼ਲ 'ਤੇ ਜੋ ਕੀਮਤ ਵਧਦੀ ਹੈ ਉਸ ਦੇ ਨਾਲ ਹੀ ਵੈਟ ਦੇ ਵਿੱਚ ਵੀ ਵਾਧਾ ਹੁੰਦਾ ਕਿ ਤੁਸੀਂ ਵੈਟ ਘਟਾਓ। ਡੀਜ਼ਲ ਬਾਰੇ ਜੋ ਵਾਧਾ ਕੇਂਦਰ ਸਰਕਾਰ ਮੋਦੀ ਸਰਕਾਰ ਕਰ ਰਹੀ ਹੈ ਉਸ ਬਾਰੇ ਸੁਖਬੀਰ ਬਾਦਲ ਨੇ ਚਿੱਠੀ ਲਿਖੀ ਹੈ। ਹੁਣ 250 ਕਿਲੋਮੀਟਰ ਦਾ ਸਫ਼ਰ ਹੈ, ਚਿੱਠੀ ਕਿਤੇ ਉੱਦਾਂ ਹੀ ਜਿਵੇਂ ਮੋਦੀ ਸਾਹਿਬ ਦੇ ਟਰੱਕ ਆਉਣੇ ਸੀ, ਚਿੱਠੀ ਰਾਹ 'ਚ ਹੀ ਨਾ ਇੱਥੇ ਮੁਰਥਲ ਦੇ ਢਾਬਿਆਂ 'ਤੇ ਰੋਟੀ ਖਾਈ ਜਾਵੇ। ਕਿਉਂਕਿ ਅੱਗੇ ਹਰਕਾਰਿਆਂ ਦਾ ਜ਼ਮਾਨਾ ਸੀ, ਜਦੋਂ ਤੁਸੀਂ ਵੇਖੋ ਕਿ ਕੋਸ ਮਨਾਰ ਬਣੇ ਹੋਏ ਨੇ। ਜਦੋਂ ਤੁਸੀਂ NRI ਜਾਂਦੇ ਹੋ ਤਾਂ ਦਿੱਲੀ ਤੋਂ ਖਾਸ ਕਰਕੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਇੱਕ ਬੁਰਜ ਜੇ ਨਜ਼ਰ ਆਉਂਦੇ ਆ GT ਰੋਡ 'ਤੇ। ਉਸ ਬੁਰਜਾਂ ਦੇ ਉੱਤੇ ਠਾਰ ਹੁੰਦੇ ਸੀ ਜਿਹੜੇ ਹਰਕਾਰੇ ਹੁੰਦੇ ਸੀਗੇ, ਚਿੱਠੀ ਲੈ ਕੇ ਦੌੜਦੇ ਸੀ। ਜਿਵੇਂ ਰਿਲੇ ਰੇਸ ਹੁੰਦੀ ਅੱਜ ਕੱਲ੍ਹ, 4 ਜਣੇ ਡੰਡਾ ਲੈ ਕੇ ਦੌੜਦੇ ਨੇ, ਇੱਦਾਂ ਹੀ ਹਰਕਾਰੇ ਚਿੱਠੀ ਲੈ ਕੇ ਦੌੜਦੇ ਸੀ। ਜੇ ਹਰਕਾਰੇ ਵੀ ਚਿੱਠੀ ਲੈ ਕੇ ਦੌੜਨ ਤਾਂ ਵੀ ਦੂਜੇ ਤੀਜੇ ਦਿਨ ਹੈ ਜਿਹੜਾ ਬੰਦਾ ਦਿੱਲੀ ਪਹੁੰਚ ਜਾਂਦਾ ਹੈ। ਤੇ ਇਸ ਦੌਰਾਨ ਸੁਖਬੀਰ ਬਾਦਲ ਦੀ ਚਿੱਠੀ ਮੋਦੀ ਸਾਹਿਬ ਤੱਕ ਕਦੋਂ ਪੁੱਜਦੀ ਹੈ, ਪਰ ਡੀਜ਼ਲ ਹੈ ਜਿਹੜਾ ਛੜੱਪੇ ਮਾਰ ਕੇ ਵੱਧਦਾ ਜਾ ਰਿਹਾ ਤੇ ਅੜਿਆ ਬੈਠਾ ਕਹਿੰਦਾ ਹੁਣ ਪੰਪ ਦਾ ਨਾ ਡੀਜ਼ਲ ਪੰਪ ਰੱਖੋ, ਪੈਟਰੋਲ ਤਾਂ ਮੇਰੇ ਤੋਂ ਥੱਲੇ ਹੈ। ਗੱਲ ਜੱਚਦੀ ਵੀ ਹੈ। ਇਸ ਦੌਰਾਨ ਦੂਸਰਾ ਕਿਸਾਨੀ ਮੁੱਦੇ ਨੇ, ਖਾਸ ਕਰਕੇ MSP ਨੂੰ ਲੈ ਕੇ ਕੱਲ੍ਹ ਵੀ ਪੰਜਾਬ ਦੇ ਵਿੱਚ ਕਈ ਜਥੇਬੰਦੀਆਂ ਜਿਸ ਤਰ੍ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨਾਂ ਜਾਂ ਹੋਰ ਯੂਨੀਅਨਾਂ ਨੇ, ਇਹਨਾਂ ਨੇ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ। ਕਿਉਂਕਿ ਮੋਦੀ ਸਰਕਾਰ ਜਿਸ ਤਰ੍ਹਾਂ ਕਾਰਪੋਰੇਟ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ, MSP ਨੂੰ ਤੋੜਿਆ ਜਾ ਰਿਹਾ ਹੈ। ਖਾਸ ਕਰਕੇ ਜਿਹੜੀ ਫ੍ਰੀ ਬਿਜਲੀ ਹੈ, ਜੋ ਪੰਜਾਬ 6-7 ਹਜ਼ਾਰ ਕਰੋੜ ਰੁਪਏ ਦੀ ਫ੍ਰੀ ਬਿਜਲੀ ਕਿਸਾਨਾਂ ਨੂੰ ਦਿੰਦਾ, ਸੋ ਉਸ ਮੁਤਾਬਕ ਫ੍ਰੀ ਬਿਜਲੀ ਹੈ ਜਿਹੜੀ ਕੇਂਦਰ ਦੇ ਕਾਨੂੰਨ ਮੁਤਾਬਕ ਨਹੀਂ ਦਿੱਤੀ ਜਾ ਸਕਦੀ। ਉਸ ਬਾਰੇ ਵੀ ਬਿੱਲ ਆ ਰਿਹਾ। ਸ਼ਾਇਦ ਪੰਜਾਬ ਦੇ ਕਿਸਾਨਾਂ ਤੋਂ ਜਿਹੜੀ ਟਿਊਬਵੈੱਲ ਕਨੈਕਸ਼ਨਾਂ 'ਤੇ ਫ੍ਰੀ ਬਿਜਲੀ ਚੱਲਦੀ ਹੈ ਉਹ ਵੀ ਖੁੱਸਣ ਦੀ ਤਿਆਰੀ 'ਚ ਹੈ। ਇਸ ਮੁੱਦੇ 'ਚ ਵੀ ਅਕਾਲੀ ਦਲ ਬਾਦਲ ਘਿਰੇਗਾ।
ਤੇ ਸਰਕਮਸਟੈਂਸ ਕਿਉਂਕਿ ਬੀਜੇਪੀ ਸਾਰੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰ ਰਹੀ ਹੈ, ਭਾਵੇਂ ਪੀਡੀਪੀ ਹੋਵੇ, ਅਕਾਲੀ ਦਲ ਹੋਵੇ, ਸਾਊਥ ਵਾਲੀਆਂ ਪਾਰਟੀਆਂ ਹੋਣ। ਬੀਜੇਪੀ ਇੱਕ ਰਾਸ਼ਟਰ ਦੇ ਮੁੱਦੇ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ, ਰਾਸ਼ਟਰ ਵੀ ਹਿੰਦੂ ਰਾਸ਼ਟਰ। ਕੀ ਬੀਜੇਪੀ ਦੀਆਂ, ਮੋਦੀ ਸਾਹਿਬ ਦੀਆਂ ਪਾਲਿਸੀਆਂ ਪੰਜਾਬ ਦੇ ਲਈ ਕਿੰਨੀਆਂ ਕੁ ਘਾਤਕ ਨੇ? ਕਿਉਂਕਿ ਪੰਜਾਬ ਇੱਕ ਘੱਟ ਗਿਣਤੀ ਦਾ, ਸਿੱਖ ਘੱਟ ਗਿਣਤੀ ਵਸੋਂ ਦਾ ਸੂਬਾ ਹੈ, ਖੇਤੀ ਪ੍ਰਧਾਨ ਸੂਬਾ ਹੈ। ਇਸ ਦੌਰਾਨ ਮੋਦੀ ਸਾਹਿਬ ਦੀਆਂ ਪਾਲਿਸੀਆਂ ਕਿੰਨੀਆਂ ਕੁ ਪੰਜਾਬ ਦੇ ਲਈ ਮਾਰੂ ਤੇ ਫਾਇਦੇਮੰਦ, ਲਾਹੇਵੰਦ ਨੇ? ਤੇ ਜਾਂ ਖਾਸ ਕਰਕੇ ਅਕਾਲੀ ਤੇ ਕਾਂਗਰਸੀ ਕਿਵੇਂ ਇਸ ਕਿਸਾਨੀ ਦੇ ਮੁੱਦਿਆਂ ਤੇ ਡੀਜ਼ਲ ਦੇ ਮੁੱਦਿਆਂ ਤੇ ਇੱਕ ਦੂਸਰੇ ਨੂੰ ਘੇਰ ਰਹੇ ਨੇ? ਇਸ ਸੰਬੰਧੀ ਤੁਹਾਡੇ ਮਨ ਦੇ ਵਿੱਚ ਕੀ ਗੱਲ ਹੈ? ਤੁਸੀਂ ਵੀ ਆਪਣੇ ਮਨ ਕੀ ਬਾਤ ਕਰ ਲਿਆ ਕਰੋ, ਕਿਉਂਕਿ ਰੇਡੀਓ ਤਾਂ ਰਹਿ ਗਿਆ ਮੋਦੀ ਦੇ ਮਨ ਕੀ ਬਾਤ ਲਈ, ਤੇ ਗਲੋਬਲ ਪੰਜਾਬ ਤੁਹਾਡੇ ਮਨ ਕੀ ਬਾਤ ਲਈ ਹੈਗਾ। ਸਵਾਗਤ ਸਰ, ਵੈਲਕਮ ਜੀ। ਹੋ ਟਵਾਣਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਆਉਣ ਦਿਓ। ਗੱਲ ਇਹ ਆ, ਮੈਂ ਮੋਦੀ ਜੀ ਹੁਣਾਂ ਨੂੰ ਪਹਿਲਾਂ ਪੁੱਛਣਾ ਚਾਹੁੰਦਾ, ਕਹਿੰਦੇ 80 ਕਰੋੜ ਬੰਦਿਆਂ ਨੂੰ ਅਸੀਂ ਕਣਕ ਦੇ ਦਿੱਤੀ ਆ। 5 ਕਿਲੋ ਕਣਕ ਤਾਂ ਸਾਡੇ ਕੁੱਕੜ ਖਾ ਜਾਂਦੇ ਆ ਇੱਕ ਦਿਨ 'ਚ ਹੀ, ਤੇ ਬਾਕੀ ਜਨਤਾ ਕਿੱਥੇ ਖਾਊਗੀ? ਇਹਨਾਂ ਨੇ 800 ਕਰੋੜ ਦਾ ਜਹਾਜ਼ ਲੈ ਲਿਆ ਆਪਣੇ ਲਈ, ਉਹ ਲੋਕਾਂ ਦੇ ਟੈਕਸ ਦਾ ਪੈਸਾ ਆ, ਇਹਨਾਂ ਨੇ ਆਪਣੇ ਘਰੋਂ ਲਿਆਂਦੀ ਆ, ਚਾਹ ਵੇਚ ਕੇ ਪੈਸੇ ਇਕੱਠੇ ਕੀਤੇ ਉਹ। ਇਹਨਾਂ ਨੂੰ ਤਾਂ ਪੰਜਾਬ ਦਾ ਕੀ ਆ, ਅੱਜ ਜਿਹੜਾ ਡੀਜ਼ਲ ਮਹਿੰਗਾ ਕੀਤਾ ਪਿਆ ਆ, ਲੱਕ ਤੋੜਤਾ ਸਾਡੇ ਜ਼ਿਮੀਂਦਾਰ ਦਾ। 20,000 ਅੱਗੇ ਮਰਿਆ ਜ਼ਿਮੀਂਦਾਰ, ਆ ਹੁਣ ਫੇਰ ਫਾਹੇ ਲੈਣੇ ਸ਼ੁਰੂ ਕਰ ਦੇਣੇ ਆ। ਇਹਨਾਂ ਨੂੰ ਤਾਂ, ਸਾਡੇ ਕਿਸਾਨਾਂ ਨੂੰ ਬਚਾਓ। ਮੋਦੀ ਜੀ ਅਸੀਂ ਮਿਹਨਤ ਕਰਦੇ ਆ, ਜੋ ਕਹੋਗੇ ਸਜ਼ਾ ਸਾਨੂੰ ਦੇ ਦਿਓ, ਅਸੀਂ ਕਿਸਾਨਾਂ ਨੂੰ ਬਚਾਓ। ਸਾਡਿਆਂ ਨੂੰ ਬਹੁਤ ਜ਼ਿਆਦਾ ਭੀੜ ਪਈ ਆ, ਪਰ ਨਾ ਲੱਗਦਾ ਜੋਗੀ ਜੀ ਨੂੰ ਪੁੱਛਦਾ, ਜਿਹੜੀਆਂ 50 ਕੁੜੀਆਂ ਦਾ ਬਲਾਤਕਾਰ ਹੋਏ ਆ ਤੁਹਾਡੇ ਅੱਗੇ, ਪਹਿਲਾਂ ਤੁਸੀਂ 150 ਕੁੜੀ ਬੱਚੇ ਮਾਰਦੇ, ਤੁਸੀਂ ਉਹਨਾਂ ਦੀ ਆਕਸੀਜਨ ਖੋਲੀ ਸੀਗੀ, ਉਹ ਤੇ ਕੁਛ ਨਹੀਂ ਐਕਸ਼ਨ। ਔਰ ਆਪਣੇ ਦੂਸਰੇ ਜਾ ਕੇ ਗੁਜਰਾਤ ਜਿੱਥੋਂ ਆਉਂਦੇ ਆ ਵਿਚਾਰੇ ਸਾਡੇ ਮਜ਼ਦੂਰ ਲੋਕ, ਉੱਥੋਂ ਜਾ ਕੇ ਉਹ ਤਾਂ ਕਿ ਇਹਨਾਂ ਨੇ 80 ਕੁੜੀਆਂ ਦਾ ਬਲਾਤਕਾਰ ਹੋਇਆ, ਉਹਦਾ ਨਹੀਂ ਪਤਾ ਲੱਗਣ ਦਿੱਤਾ। ਆਹ ਵਿਚਾਰੇ ਜਿਹੜੇ ਕੰਮ ਕਾਜ ਜੋਗੇ ਨਹੀਂ ਹੁੰਦੇ, ਆਕਾਸ਼ ਵਿੱਚ ਬੈਠੇ ਆ ਬੱਚੇ, ਉਹਨਾਂ ਦੀ ਕੋਈ ਮੋਦੀ ਜੀ ਨੇ ਗੱਲ ਨਹੀਂ ਕੀਤੀ। ਆਹ ਮਨ ਕੀ ਬਾਤ ਕਰਕੇ ਸੁਣ ਕੇ ਲੋਕਾਂ ਦਾ ਬੇਵਕੂਫ ਬਣਾ ਕੇ ਕਰਤਾ। ਗੱਲ ਚਣੇ ਦੀ ਕਰਨੀ, ਕਲਸੀ ਕਰਨੀ, ਚਾਈਨਾ ਦੀ ਕਰ ਗਿਆ ਚਣੇ ਦੀ। ਉਹ ਚਣਿਆਂ ਨੂੰ ਛੋਲਿਆਂ ਨੂੰ ਕੀ ਕਰਨਾ ਮੋਦੀ ਜੀ? ਤੁਸੀਂ ਤਾਂ ਸਾਡਾ ਬੇੜਾ ਕਰ ਛੱਡਿਆ, ਲੋਕਾਂ ਦਾ ਤਾਹ ਨਿਕਲੀ ਪਈ ਆ। ਕੋਈ ਬਚਾਓ। ਕੈਪਟਨ ਸਾਹਿਬ ਤੁਸੀਂ ਕਹਿੰਦੇ ਆ ਅਸੀਂ ਨਰਸਾਂ ਭਰਤੀ ਕਰਨੀ ਆ, ਤੁਸੀਂ ਨਰਸਾਂ ਨੂੰ 10,000 ਤਾਂ ਤਨਖਾਹ ਦਿੰਦੇ ਆ, ਉਹ 10,000 ਦੀ ਤਾਂ 4 ਬੰਦੇ ਬਹਿ ਕੇ ਰੋਟੀ ਖਾ ਜਾਂਦੇ ਇੱਕ ਦਿਨ 'ਚ। ਤੁਸੀਂ ਕਿੱਧਰ ਨੂੰ ਲੈ ਗਿਆ ਪੰਜਾਬ ਨੂੰ? ਸਾਰਾ ਡੋਬ ਗਏ। ਉਹ ਸਿੱਧੂ ਸਾਹਿਬ ਨੇ ਜੋ ਦੱਸਿਆ, ਵਿਆਖਿਆ ਸੁਣਨ ਵਾਲਾ, ਸਿੱਧੂ ਸਾਹਿਬ ਜੇਕਰ ਖੜੇ ਹੁੰਦੇ ਆ, ਕਾਂਗਰਸ ਤੋਂ ਲਾਹਾ ਹੋ ਕੇ ਪਾਰਟੀ ਖੜੀ ਕਰਦੇ ਆ, ਸਾਡੇ ਨਾਲ 50 ਬੰਦੇ ਏਦਾਂ ਦੇ ਜੁੜੇ ਆ ਜਿਹੜੇ 1 ਕਰੋੜ ਇਕੱਠਾ ਕਰਕੇ ਪਹਿਲਾਂ ਸਰ ਤੋਂ ਸਿੱਧੂ ਨੂੰ ਦੇਣਗੇ ਚੈੱਕ। ਅਸੀਂ ਮਿਹਰਬਾਨੀ ਜੀ, ਮਿਹਰਬਾਨੀ। ਦੇਖੋ, ਇਹ ਸਾਰੇ ਸਰਕਮਸਟੈਂਸ ਦੇ ਦੌਰਾਨ ਭਾਵੇਂ ਕਿ ਆਮ ਆਦਮੀ ਪਾਰਟੀ ਹੈ ਤੇ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਹੈ, ਅਕਾਲੀਆਂ ਅਤੇ ਕਾਂਗਰਸੀਆਂ ਦੇ ਇੱਕ ਦੂਸਰੇ ਤੇ ਦੋਸ਼ ਲੱਗ ਰਹੇ ਨੇ। ਇਹਨਾਂ ਦੋਸ਼ਾਂ ਦੇ ਵਿੱਚ ਸੱਚਾਈ ਵੀ ਦੋਨੇ ਪਾਰਟੀਆਂ ਕੋਲ ਹੈਗੀ ਹੈ ਕਿ ਦੋਨੋਂ ਪਾਰਟੀਆਂ ਤਿਕੜਮਬਾਜ਼ੀ ਦੇ ਵਿੱਚ ਜਾਂ ਮੁੱਦਿਆਂ 'ਚ ਘਿਰ ਰਹੀਆਂ ਨੇ। ਪਰ ਇਹਨਾਂ ਦੋਨਾਂ ਦੇ ਘਿਰਨ ਦਾ, ਇਹ ਜਿਹੜੇ ਦੋਨੋਂ ਆਪੋਜੀਸ਼ਨ ਨੇ, ਨਾ ਨਵਜੋਤ ਸਿੰਘ ਸਿੱਧੂ ਤੇ ਨਾ ਹੀ ਜਿਹੜਾ ਹੈਗਾ ਆਮ ਆਦਮੀ ਪਾਰਟੀ, ਕੋਈ ਬਹੁਤਾ ਫਾਇਦਾ ਨਹੀਂ ਲੈ ਸਕਦੀਆਂ, ਨਹੀਂ ਫਾਇਦਾ ਚੁੱਕ ਰਹੀਆਂ ਇਸ ਮਸਲੇ ਦਾ, ਕਿਉਂਕਿ ਇਸ ਦੌਰਾਨ ਇੱਕ ਸਟਰੋਂਗ ਤੀਜੀ ਧਿਰ ਦਾ ਨਿਕਲਣਾ ਲਾਜ਼ਮ ਹੈ। ਉਧਰ ਨਵਜੋਤ ਸਿੰਘ ਸਿੱਧੂ ਹੈ, ਉਹ ਜਿੱਤੇਗਾ ਪੰਜਾਬ 'ਚ। ਤੁਸੀਂ ਵੇਖੋ ਕਿ NRI ਖਾਸ ਕਰਕੇ ਜਿਹੜੀ ਇੰਡੀਅਨ ਓਵਰਸੀਜ਼ ਕਾਂਗਰਸ ਹੈ, ਉਸ ਦੇ ਆਗੂਆਂ ਨਾਲ ਮੁਲਾਕਾਤ ਕਰੀ ਜਾ ਰਹੇ ਨੇ। ਤੇ ਗੱਲ ਇਹ ਹੈ ਕਿ ਉਹ ਕਾਂਗਰਸ ਦੇ ਵੱਡੇ ਲੀਡਰ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਉਭਾਰ ਰਿਹਾ, ਉਹ ਜਿਹੜੀ ਵੀਡੀਓ ਕੱਲ੍ਹ ਅਪਲੋਡ ਹੋਈ ਹੈ। ਪਰ ਇਸ ਦੌਰਾਨ ਜਿਹੜੀ ਪੰਜਾਬ ਅੱਜ ਬਲਦੀ ਦੇ ਬੂਥੇ ਹੈ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਾਂ ਡੀਜ਼ਲ ਪੈਟਰੋਲ ਕੀਮਤਾਂ 'ਚ ਵਾਧੇ ਨੂੰ ਲੈ ਕੇ, ਉਹਦਾ ਕੋਈ ਕੈਸ਼ ਨਹੀਂ ਹੋ ਰਿਹਾ। ਕੈਸ਼ ਜਾਣੀ ਕਿ ਉਹਦੇ ਤੇ ਸੰਬੰਧਿਤ ਵੈਟ ਵਾਲੀਆਂ ਸੂਬਾ ਸਰਕਾਰਾਂ ਨੂੰ ਤੇ ਰੇਟ ਵਧਾਉਣ ਵਾਲੀਆਂ ਸੈਂਟਰ ਸਰਕਾਰਾਂ ਨੂੰ ਘੇਰਨ ਦੇ ਵਿੱਚ ਦੋਨੋਂ ਫੇਲ ਨੇ। ਆਪ ਦਾ ਸਵਾਗਤ, ਵੈਲਕਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਬੜੇ ਚਿਰ ਬਾਅਦ ਭਾਜੀ, ਮੇਰੇ ਖਿਆਲ 4-5 ਸਾਲਾਂ ਤੋਂ ਬਾਅਦ ਆਪਣੀ ਗੱਲ ਹੋਈ ਆ ਭਾਜੀ। ਆਪਾਂ ਤੁਹਾਨੂੰ ਗੱਲ ਕਰ ਸਕਦੇ ਹਾਂ ਚੀਨ ਬਾਰੇ, ਚਾਈਨਾ, ਇੰਡੀਆ। ਹਾਂ, ਜ਼ਰੂਰ ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦੇ ਹੋ। ਹਾਂ ਭਾਜੀ, ਮੈਂ ਇੰਟਰਨੈਸ਼ਨਲ ਟ੍ਰੇਡ ਹੀ ਇੱਥੇ ਪੜ੍ਹਨ ਆਇਆ ਸੀ ਆਸਟ੍ਰੇਲੀਆ। ਮੈਂ 2 ਸਾਲ ਇਹੀ ਸਟੱਡੀ ਕੀਤੀ ਆ। ਖੈਰ, ਉਹ ਰੰਗ ਭੇਦ ਦਾ ਕਰਕੇ ਮੇਰੀ ਕੁਆਲੀਫਿਕੇਸ਼ਨ, ਮੇਰੀ ਡਿਗਰੀ, ਮੇਰੀ ਪੜ੍ਹਾਈ ਤਾਂ ਬਹੁਤ ਸੀ, ਪਰ ਮੈਨੂੰ ਆਪਣੇ ਇਸੇ ਕਰਕੇ ਪੂਰੀ ਸਕਿਨ ਹੋਣ ਕਰਕੇ ਜੌਬ ਨਹੀਂ ਮਿਲੇ। ਖੈਰ ਭਾਜੀ, ਗੱਲ ਇਹ ਹੈ ਕਿ ਹੁਣ ਪਹਿਲਾਂ ਤਾਂ ਆਪਾਂ ਇੱਥੋਂ ਗੱਲ ਸ਼ੁਰੂ ਕਰੀਏ। ਕਾਮਰੇਡ ਜਿਹੜੇ ਨਾ, ਕਾਮਰੇਡ ਸੋਚ ਥੋੜੀ ਤਰਕ ਵਾਲੀ ਹੁੰਦੀ ਆ, ਥੋੜੇ ਉਹ ਪ੍ਰੈਕਟੀਕਲ ਚ ਮੰਨਦੇ ਆ ਬਿਲੀਵ, ਠੀਕ ਆ। ਸਾਡੇ ਖੇਤਰ ਸੀ, ਮੈਂ ਉਸ ਗੱਲ ਨਾਲ ਰਿਲੇਟ ਨਹੀਂ ਕਰ ਰਿਹਾ। ਪਰ ਹੁਣ ਦੇਖੋ ਕਿ ਕਾਮਰੇਡ ਲੋਕਾਂ ਨੂੰ ਇਸ ਤਰ੍ਹਾਂ ਐਕਸਪਲੇਨ ਕੀਤਾ ਜਾਂਦਾ ਕਿ ਉਹ ਧਾਰਮਿਕ ਨਹੀਂ ਗੇ, ਉਹ ਜ਼ਿਆਦਾ ਗੁਰਦੁਆਰੇ, ਮੰਦਿਰ ਜਾਂ ਚਰਚ ਦੇ ਲਾਗੇ ਨਹੀਂ,
ਪਰ ਉਹ ਉਹਨਾਂ ਦੀ ਜਿਹੜੀ ਸੋਚ ਹੁੰਦੀ ਆ ਉਹ ਲੋਕਾਂ ਵਿੱਚ ਹੁੰਦੀ ਆ ਸਰ। ਲੋਕਾਂ ਦੇ ਵਿੱਚ ਬਿਲੀਵ ਕਰਦੇ ਆ ਨਾ ਉਹ ਮਨੁੱਖ ਜੀ, ਆਪਣੇ ਜੀ। ਕਿ ਹੁਣ ਮੈਂ ਪ੍ਰੈਕਟੀਕਲ ਐਗਜ਼ਾਮਪਲ ਦਿੰਦਾ ਸਰ। ਆਪਣੇ 70 ਇਅਰਸ ਆਪਾਂ ਕੀ ਕੀਤਾ ਵਾ, ਪਿਛਲੀ ਹਿਸਟਰੀ ਆਪਾਂ ਦੇਖੀਏ ਵੀ ਅਸੀਂ ਪਿਛਲੇ 70 ਸਾਲਾਂ 'ਚ ਕਿੱਥੋਂ ਕਿੱਥੇ ਆਏ ਆ। ਕਿਤੇ ਵੀ ਨਹੀਂ ਆਏ, ਉੱਥੇ ਹੀ ਆ, ਪਿੱਛੇ ਹੀ ਗਏ ਆ। ਮੈਂ ਤਾਂ ਦੱਸਦਾ ਸਰ, ਪਰਮਾਤਮਾ ਵੀ ਤਾਂ ਇਹੀ ਚਾਹੁੰਦਾ ਵਾ ਕਿ ਤੁਸੀਂ ਆਪਣੇ ਜਿਹੜੇ ਗਰੀਬ ਲੋਕ ਨੇ, 80 ਕਰੋੜ ਲੋਕ ਥੱਲੇ ਰਹਿ ਰਹੇ ਇੰਡੀਆ ਦੇ ਗੁਰਬਤ 'ਚ, ਉਹਨੂੰ ਚੱਕ ਕੇ ਤੇ ਉੱਪਰ ਲਿਆਓ, ਰੋਟੀ ਖਾਂਦੇ ਕਰ ਦੋ, ਪੈਰਾਂ ਤੇ ਕਰ ਦੋ, ਰਾਈਟ। ਚੀਨ ਨੇ ਸਰ ਇਹੀ ਕੀਤਾ ਵਾ। ਚੀਨ ਨੇ ਲਿਟਰਲੀ ਸਰ ਇਹੀ ਕੀਤਾ ਵਾ। ਜਿਹੜੇ ਬੰਦੇ ਹੱਥੀਂ ਕੰਮ ਕਰਨਗੇ, ਹੱਥਾਂ ਦੇ ਵਿੱਚ ਮੈਜਿਕ ਹੁੰਦਾ, ਜਿਹੜੇ ਕਰਿੰਦੇ ਹੁੰਦੇ ਆ, ਤੇ ਉਹਦੇ ਨਾਲ ਜੇ ਤੁਹਾਡਾ ਦਿਮਾਗ ਵੀ ਸਵਿਚ ਆਨ ਆ, ਤਾਲਮੇਲ ਬਣ ਗਿਆ, ਸੁਰ ਤੇ ਤਾਲ ਬਣ ਗਿਆ, ਤੁਹਾਡੇ ਹੱਥ ਵੀ ਕੰਮ ਕਰਦੇ, ਨਾਲ ਸਰਕਾਰਾਂ ਤੁਹਾਨੂੰ ਸਪੋਰਟ ਕਰਦੀਆਂ, ਤੁਸੀਂ ਸਵਿਚ ਆਨ ਹੋ, ਪਰ ਸਾਰੀ ਦੁਨੀਆ ਦੇ ਉੱਤੇ ਚੀਨ ਨੇ ਆਕੂਪਾਈ ਕਰ ਰਿਹਾ, ਰਾਈਟ। ਬਿਲਕੁਲ। ਚੀਨ ਸੁਪਰ ਪਾਵਰ ਬਣੂਗੀ, ਅਮਰੀਕਾ ਤੋਂ ਅੱਗੇ ਨਿਕਲੂਗੀ। ਨਹੀਂ ਸਰ, ਉਹ ਆਲਰੇਡੀ ਨਿਕਲ ਚੁੱਕਾ ਵਾ। 5-10 ਸਾਲ ਪਹਿਲਾਂ ਉਹਦੇ ਸਾਰੇ ਡਾਟਾ, ਉਹਦੇ ਸਾਰੇ ਫਿਗਰਸ ਕ੍ਰਾਸ ਕਰ ਚੁੱਕੇ ਨੇ। ਹੁਣ ਮੈਂ ਇਹ ਜਿਹੜਾ ਤੁਸੀਂ ਸਰ ਉਧਰੋਂ ਸ਼ੁਰੂ ਹੋ ਜਾਓ, ਕੈਨੇਡਾ, ਇਸ ਵੈਸਟਰਨ ਦੀ ਮਦਰ ਹੈਗੀ ਹੈ UK ਤੇ ਇਹਦਾ ਫਾਦਰ ਹੈਗਾ ਵਾ ਅਮਰੀਕਾ। ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਹਦੇ ਬੱਚੇ ਆ। ਇਹ ਜਿਹੜੀ ਲੈਂਗੁਏਜ ਉਹਨਾਂ ਨੂੰ ਬੋਲਦੇ ਨੇ, ਇਹ ਉਹੀ ਕਰਦੇ ਨੇ, ਰਾਈਟ। ਬਿਲਕੁਲ। ਅੱਜ ਸਵੇਰ ਦੀ ਖਬਰ ਆ, ਅੱਜ ਸਵੇਰ ਦੀ, ਕਿ ਆਸਟ੍ਰੇਲੀਆ ਨੇ ਹੁਣ $350 ਬਿਲੀਅਨ ਦੀ ਮਿਜ਼ਾਈਲਾਂ ਲੈਣੀਆਂ ਨੇ ਟਰੰਪ ਕੋਲੋਂ। ਸਰ ਹੁਣ ਦੇਖੋ ਕਿ ਸਾਡੇ ਕੋਲ ਮਤਲਬ ਕਿ ਹੁਣ ਤੁਸੀਂ ਦੇਖੋ ਨਾ, ਸਾਰਾ ਕੁਛ ਜਿੰਨੀਆਂ ਵੀ ਅਸੀਂ ਧਰਮ ਦੇ ਨਾਂ ਤੇ ਲੜਦੇ ਰਹੇ, ਅਸੀਂ ਕੋਈ ਤਰੱਕੀ ਨਹੀਂ ਕੀਤੀ। ਜੇ ਵੀ ਕੋਈ ਸਾਡੇ ਕੋਲ ਮਤਲਬ ਕਿ ਚਾਈਨਾ ਦੇ ਵਿੱਚ ਵੀ ਹੁਣ ਆਪਾਂ ਇਹ ਕਹਿੰਦੇ ਕਿ ਉੱਥੇ ਡਿਕਟੇਟਰਸ਼ਿਪ ਆ, ਉੱਥੇ ਤਾਨਾਸ਼ਾਹੀ ਆ, ਏਦਾਂ ਦਾ ਕੋਈ ਗੱਲ ਨਹੀਂ ਸਰ। 13 ਕਰੋੜ ਬੰਦਾ ਚਾਈਨਾ ਤੋਂ ਓਵਰਸੀਜ਼ ਟਰੈਵਲ ਕਰਨ ਜਾਂਦਾ ਜੀ, ਛੁੱਟੀਆਂ ਮਨਾਉਣ, ਹੌਲੀਡੇਜ਼ ਕਰਨ ਆਪਣੀ ਫੈਮਿਲੀ ਦੇ ਨਾਲ, ਤੇ ਉਹ ਸਾਰੇ ਵਾਪਸ ਜਾਂਦੇ ਨੇ, ਰਾਈਟ। ਉਹ ਵਾਪਸ ਉਹ ਇੱਥੇ ਅਸਾਈਲਮ ਕਿਉਂ ਨਹੀਂ ਲੈਂਦੇ? ਕਿਉਂਕਿ ਉੱਥੇ ਬੈਟਰ ਆਫ ਆ, ਉਹਨਾਂ ਨੂੰ ਪਤਾ ਕਿ ਅਸੀਂ ਵਾਪਸ ਜਾਣਾ, ਰਾਈਟ। ਉਹ ਇੱਥੇ ਕੇਅਰ, ਉਹਨਾਂ ਨੂੰ ਪਤਾ ਕਿ ਵੀ ਆਰ ਬੈਟਰ ਆਫ ਇਨ ਚਾਈਨਾ ਦੈਨ ਹੇਅਰ। ਔਰ ਇੱਕ ਕੰਪਨੀ ਨਹੀਂ ਸਰ, ਜਿੱਦਾਂ ਹੁਣ ਸਾਡੇ ਤੇ ਆਪਾਂ ਤਾਂ ਪੋਟਿਆਂ ਤੇ ਗਿਣ ਸਕਦੇ ਨਾ ਕਿ ਸਾਡੇ ਅੰਬਾਨੀ, ਅਦਾਨੀ, ਟਾਟਾ, ਬਿਰਲਾ ਤੇ ਮਹਿੰਦਰਾ ਗਰੁੱਪ ਤੇ ਰਿਲਾਇੰਸ ਤੇ ਫਲਾਨਾ। ਸਰ ਉੱਥੇ ਆਮ ਬੰਦਾ ਵੀ, ਤੁਸੀਂ ਜੇ ਤੁਹਾਡੇ ਕੋਲ ਸਕਿੱਲ ਹੈਗਾ ਵਾ, ਨੌਲੇਜ ਆ, ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਆਮ ਛੋਟੇ ਕਾਰਖਾਨੇ, ਛੋਟੀ ਜੌਬ, ਹਰ ਬੰਦੇ ਲਈ ਕੰਮ ਹੈ ਉੱਥੇ ਦਾ। ਤੇ ਹੁਣ ਸਰ ਦੇਖਿਆ ਜਾਵੇ ਕਿ ਪਰਮਾਤਮਾ ਵੀ ਤੇ ਇਸੇ ਚੀਜ਼ 'ਚ ਖੁਸ਼ ਵਾ ਕਿ ਤੁਸੀਂ ਥੱਲੜੇ ਬੰਦੇ ਨੂੰ ਚੱਕ ਕੇ ਰੋਟੀ ਖਾਂਦਾ ਕਰ ਦੋ। ਬਿਲਕੁਲ। ਥੈਂਕ ਯੂ ਸਰ। ਇੱਕ ਨਾਲੇ ਆਈਡੀਓਲੋਜੀ, ਹਾਂਜੀ ਸਰ, ਓਕੇ, ਥੈਂਕ ਯੂ। ਸੌਰੀ, ਮੈਂ ਸ਼ਾਇਦ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ। ਬਹੁਤ ਵਧੀਆ ਕਾਲ ਸੀਗੀ। ਓਵਰਆਲ ਜਿਵੇਂ ਪਬਲਿਕ, ਹਾਂਜੀ ਸਰ ਇੱਕ ਵਿਦਨ ਅ ਸੈਕਿੰਡ ਸਰ, ਜਿਹੜਾ ਪੱਛਮ ਆ ਨਾ, ਪੱਛਮ, ਇਹ ਸਰ ਟਰਸਟ ਨਹੀਂ ਕਰਦਾ ਬਰਾਊਨ ਚਮੜੀ ਤੇ, ਚਿੱਟੀ ਤੇ ਜਾਂ ਚੀਨਿਆਂ ਤੇ। ਅਸੀਂ ਲੋਕ ਇਹਨਾਂ ਤੇ ਟਰਸਟ ਕਰਕੇ ਅਸੀਂ ਸਵਾਦ ਦੇਖ ਲਿਆ। ਪੰਜਾਬ ਨੇ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ ਜੀ। ਪਰ ਇੱਕ ਕੁਦਰਤ ਦਾ ਇੱਕ ਕ੍ਰਿਸ਼ਮਾ ਸਮਝੋ ਕਿ ਪੱਛਮ ਨੂੰ ਉਹਦੇ ਹਾਣ ਦਾ ਟੱਕਰ ਗਿਆ, ਰਾਈਟ। ਇਹ ਪੱਛਮ ਨੂੰ ਉਹਦੇ ਨਾਲ ਕੋਈ ਮੋਢਾ ਲਾ ਕੇ ਉਹਦੇ ਨਾਲ ਅੱਖਾਂ 'ਚ ਅੱਖਾਂ ਪਾ, ਅਸੀਂ ਇੱਥੇ ਉਹ ਨਾ ਹੋਈਏ ਨੈਗੇਟਿਵ। ਅਸੀਂ ਮਾਣ ਕਰੀਏ ਕਿ ਜੋ ਅਸੀਂ ਭਾਰਤੀਆਂ ਨੇ ਕਰਨਾ ਸੀ ਉਹ ਚੀਨ ਕਰ ਰਿਹਾ। ਕੋਈ ਸੱਭਿਅਤਾ ਬਚ ਗਈ, ਕੋਈ ਹੈ ਜੋ ਪੱਛਮ ਨੂੰ ਟੱਕਰ ਦੇ ਸਕਦਾ, ਰਾਈਟ। ਜੀ। ਅਸੀਂ ਇਹ ਕੰਮ ਕਰਨੇ ਸੀ, ਅਸੀਂ ਉਹ ਚਾਈਨਾ ਕਰ ਰਿਹਾ, ਰਾਈਟ। ਠੀਕ ਆ ਕਿ ਸਾਡੇ ਡਿਸਪਿਊਟ ਆ ਚਾਈਨਾ ਦੇ ਨਾਲ। ਉਹ ਹੁਣ ਸਰ ਇੱਕ ਮੈਂ ਬੋਲ ਦਿੰਦਾ, 56 ਇੰਚ ਦਾ ਸੀਨਾ ਸੀ, ਹੁਣ 26 ਦਾ ਰਹਿ ਗਿਆ। ਜੀ, ਥੈਂਕ ਯੂ। 56 ਇੰਚ ਦਾ ਸੀਨਾ ਸੀ, ਹੁਣ 26 ਦਾ ਰਹਿ ਗਿਆ। ਟਰੰਪ ਮੋਦੀ ਦਾ ਹੱਥ ਘੁੱਟ ਕੇ ਕੰਨ ਵਿੱਚ ਕੁਝ ਕਹਿ ਗਿਆ। ਉਹ ਪੰਜਾਬ ਹੀ ਸੀ ਜਿਹੜਾ ਇੰਨੇ ਦੁੱਖ ਸਹਿ ਗਿਆ। ਉਧਰ ਬਾਰਡਰ ਤੇ ਚੀਨ ਭਾਰਤ ਦੇ ਨਾਲ ਸਹਿ ਗਿਆ। ਭਲਾ ਇਹ ਕਿੱਦਾਂ ਹੋ ਗਿਆ? ਭਾਰਤ ਨੇਪਾਲ ਦੀ ਘੂਰੀ ਸਹਿ ਗਿਆ ਜੀ।
ਬਹੁਤ ਵਧੀਆ ਵਿਚਾਰ ਸੀ ਤੁਹਾਡੇ, ਬਿਲਕੁਲ ਦਰੁਸਤ ਹੈ। ਦੇਖੋ ਪਿਛਲਾ ਇਤਿਹਾਸ ਵੇਖੋ, ਪਿਛਲੇ ਦਹਾਕਿਆਂ ਵੱਲ ਨੂੰ ਜਾਓ, ਚੀਨ ਦਾ ਇਤਿਹਾਸ ਵੇਖੋ, ਕਿਵੇਂ ਉਹਨਾਂ ਤੋਂ ਜਿਵੇਂ ਸਾਡੇ ਤੋਂ ਜਬਰੀ ਨੀਲ ਦੀ ਖੇਤੀ ਕਰਾਈ ਜਾ ਰਹੀ ਸੀਗੀ, ਇਸੇ ਤਰ੍ਹਾਂ ਚੀਨ ਤੋਂ ਵੀ ਜਬਰੀ ਉੱਤੇ ਓਪੀਅਮ ਲਿਆ ਕੇ ਸਿੱਟੀ ਗਈ, ਅਫੀਮ ਲਿਆ ਕੇ ਸਿੱਟੀ ਗਈ। ਅੱਜ ਜਿਹੜਾ ਪੇਸ਼ ਕੀਤਾ ਜਾ ਰਿਹਾ ਕਿ ਪੂਰੀ ਦੁਨੀਆ 'ਚ ਇਹਨਾਂ ਨੇ ਬਿਮਾਰੀ ਫੈਲਾ ਦਿੱਤੀ ਕਿ ਸਪੈਨਿਸ਼ ਫਲੂ ਸੀ ਜਿਹੜਾ ਕਿੱਥੋਂ ਆਇਆ। ਸਾਡੇ ਜਿਹੜੇ ਕਾਕਰੋਚ ਬੈਡਰੂਮ ਤੱਕ ਤੁਰੇ ਫਿਰਦੇ ਨੇ, ਡਾਈਨਿੰਗ ਟੇਬਲ ਤੱਕ ਤੁਰੇ ਫਿਰਦੇ ਨੇ, ਇਹ ਕਾਕਰੋਚ ਅਮਰੀਕਾ ਤੋਂ ਆਏ। ਅਸੀਂ ਕਣਕ ਮੰਗਾਈ, PL 100-480 ਜਿਹੜੇ ਸਮਝੌਤੇ ਹੋਏ। ਜਿਹੜਾ ਕਾਂਗਰਸ ਘਾਹ ਆ ਜਿਹਨੂੰ ਗਾਜਰ ਬੂਟੀ ਕਹਿੰਦੇ ਆ, ਜਗ੍ਹਾ ਜਗ੍ਹਾ ਝੋਨੇ 'ਚ ਵੀ ਖੜਾ ਲਹਿਲਹਾ ਰਿਹਾ ਝੋਨੇ ਤੋਂ ਉੱਪਰ ਦੀ, ਇਹ ਕਿੱਥੋਂ ਆਇਆ ਕਾਂਗਰਸ ਘਾਹ? ਇਹ ਬੀਡਸ ਕਿੱਥੋਂ ਆਈਆਂ? ਸੋ ਇਸ ਕਰਕੇ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ 'ਚੋਂ ਇਸ ਤਰ੍ਹਾਂ ਦੀਆਂ ਅਲਾਮਤਾਂ ਨਦੀਨ ਆਉਂਦੇ ਨੇ। ਪਰ ਇਹਨੂੰ ਚਾਈਨਾ ਨੂੰ ਇਸ ਮਾਮਲੇ 'ਚ ਕਿ ਕਰੋਨਾ ਫੈਲਾਤਾ, ਇਹ ਫੈਲਾਤਾ ਭਾਈ ਤੁਸੀਂ ਆਪਣੀ ਬਿਮਾਰੀ ਠੀਕ ਕਰੋ। 70-80 ਹਜ਼ਾਰ ਬੰਦਾ ਜੇ ਅਮਰੀਕਾ 'ਚ ਸੀਂਡ ਦੀ ਬਿਮਾਰੀ ਨਾਲ ਮਰ ਜਾਂਦਾ ਨਾ, ਮਾफ़ ਕਰਨਾ, ਜ਼ੁਕਾਮ ਨਾਲ ਮਰ ਜਾਂਦਾ ਹੈ, ਫਲੂ ਨਾਲ ਮਰ ਜਾਂਦਾ ਹੈ, ਅਤੇ ਜੇ 1-1.25 ਲੱਖ ਬੰਦਾ ਇਸ ਦੌਰਾਨ ਮਰਦਾ ਹੈ, ਕਿਉਂਕਿ ਮਾफ़ ਕਰਨਾ ਕੋਈ ਵੀ ਮੌਤ ਹੁੰਦੀ ਹੈ। ਪੱਤਰਕਾਰ ਦਵਿੰਦਰਪਾਲ ਸਿੰਘ, ਸ਼ਰਧਾਂਜਲੀ ਹੈ ਉਹਨਾਂ ਨੂੰ, ਸਾਡੇ ਭਾਈਚਾਰੇ ਦੇ ਸੀਗੇ। ਦਵਿੰਦਰਪਾਲ PTC ਦੇ ਹੋਸਟ ਰਹੇ ਨੇ ਲੰਮਾ ਸਮਾਂ। ਚਲੋ ਜੋਬ ਹੁੰਦੀ ਹਰ ਬੰਦੇ ਦੀ, ਜਿਹੜਾ ਜਿੱਥੇ ਕਰਦਾ ਉਹਦੀ ਖੁਸ਼ੀ ਹੈ, ਉਸ ਮੁਤਾਬਕ ਉਹਨੂੰ ਕੰਮ ਕਰਨਾ ਪੈਂਦਾ ਹੈ। ਪਰ ਅਫਸੋਸ ਇਸ ਗੱਲ ਦੀ ਵੀ ਹੈ ਕਿ ਕਈਆਂ ਨੇ ਉਹਨਾਂ ਨੂੰ ਮੌਤ ਦੇ ਵਕਤ ਵੀ ਭੰਡਿਆ। ਜਦੋਂ ਕਿਸੇ 'ਤੇ ਕਫਨ ਪੈ ਜਾਂਦਾ ਨਾ, ਚਿੱਟਾ ਕੱਪੜਾ ਪਾਉਣ ਦਾ ਮਕਸਦ ਹੁੰਦਾ ਕਿ ਉਸ ਦੇ ਸਾਰੇ ਵੈਲ ਹੈ, ਉਸ ਦੀਆਂ ਸਾਰੀਆਂ ਬੁਰਾਈਆਂ ਢੱਕ ਕੇ, ਇਸੇ ਕਰਕੇ ਲੋਕ ਲਾਸ਼ ਨੂੰ ਨਮਸਕਾਰ ਕਰਦੇ ਨੇ। ਪਰ ਮੈਂ ਹੈਰਾਨ ਸੀ ਕਿ ਗਲੋਬਲ ਪੰਜਾਬ ਦੇ ਫੇਸਬੁੱਕ 'ਤੇ ਜਦੋਂ ਉਹਦੀ ਪੋਸਟ ਪਾਈ ਦਵਿੰਦਰਪਾਲ ਦੀ, ਤਾਂ ਉੱਥੇ ਵੀ ਕਈਆਂ ਨੇ ਬਹੁਤ ਗਲਤ ਲਿਖਿਆ ਹੋਇਆ ਸੀ। ਇਹ ਨਹੀਂ ਕਹਿਣਾ ਚਾਹੀਦਾ, ਠੀਕ ਹੈ। ਖੈਰ, ਇਸ ਦੌਰਾਨ ਕਿ ਹਰ ਮੌਤ ਨੂੰ ਕਰੋਨਾ ਦੇ ਖਾਤੇ ਪਾਇਆ ਜਾ ਰਿਹਾ, ਹਰ ਗਲਤੀ ਗੁਸਤਾਖੀ ਨੂੰ ਚਾਈਨਾ ਦੇ ਸਿਰ ਮੜਿਆ ਜਾ ਰਿਹਾ। ਉਹਨਾਂ ਨੇ ਕੰਮ ਦਿੱਤਾ, ਓਪੀਅਮ ਵਾਰ 'ਚੋਂ ਕਿੱਦਾਂ ਨਿਕਲੇ ਤੁਸੀਂ ਹਿਸਟਰੀ ਵੇਖੋ। ਚਾਈਨਾ, ਅਮਰੀਕਾ ਇਹ ਹਥਿਆਰ ਨਹੀਂ ਵੇਚ ਰਹੇ। ਚੀਨ ਜੇ ਚੱਪਲਾਂ ਵੇਚ ਰਿਹਾ, ਮੂਰਤੀਆਂ ਬਣਾ ਕੇ ਵੇਚ ਰਿਹਾ, ਇਹ ਉਹਦੀ ਫਿਤਰਤ ਹੈ। ਸਾਡੇ ਲਈ ਲੋੜਵੰਦ ਚੀਜ਼ਾਂ 60% ਇੰਡੀਅਨ ਸਮਾਰਟਫੋਨ ਆ ਜਿਹੜੇ ਚਾਈਨਾ ਦੇ ਸਮਾਨ ਨਾਲ ਬਣ ਰਹੇ ਨੇ। ਖੈਰ ਸਰ, ਇਸ ਦੌਰਾਨ ਜਿਹੜੀ ਸਿਆਸਤ ਸਾਡੇ ਪੰਜਾਬ ਤੇ ਭਾਰਤ ਦੀ ਇਸ ਮੁੱਦੇ 'ਤੇ ਹੋ ਰਹੀ ਹੈ, ਖਾਸ ਕਰਕੇ ਡੀਜ਼ਲ ਤੇ ਕਿਸਾਨੀ ਮੁੱਦਿਆਂ 'ਤੇ, ਉਸ ਬਾਰੇ ਆਪਾਂ ਗੱਲ ਕਰਨੀ ਹੈ। ਸਵਾਗਤ ਆਪ ਜੀ ਦਾ, ਵੈਲਕਮ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸੁਰਜੀਤ ਸਿੰਘ ਜੀ, ਸਵਾਗਤ ਹੈ। ਟਵਾਣਾ ਸਾਹਿਬ ਜੀ, ਮੈਂ ਤੇ ਇਹ ਗੱਲ ਕਰਨੀ ਸੀ ਭਾਈ, ਚੀਨ ਦੇ ਵਿੱਚ ਕੋਈ ਕਮਿਊਨਿਜ਼ਮ ਨਹੀਂ ਹੈਗਾ। ਕਮਿਊਨਿਜ਼ਮ ਦੇ ਪਰਦੇ ਦੇ ਥੱਲੇ ਕੈਪੀਟਲਿਜ਼ਮ ਹੈ, ਕੈਪੀਟਲਿਜ਼ਮ ਸੋਲਿਡ, ਜਿਹਦੇ ਵਿੱਚ ਤਰੱਕੀ ਹੋਈ ਆ। ਕਦੀ ਵੀ ਕਮਿਊਨਿਜ਼ਮ ਦੇ ਵਿੱਚ ਤਰੱਕੀ ਨਹੀਂ ਹੁੰਦੀ। ਔਰ ਕਮਿਊਨਿਜ਼ਮ ਦਾ ਮਤਲਬ ਇਹ ਕਮਿਊਨ 'ਚ ਰਹਿਣਾ। 4 ਬੰਦੇ ਕੰਮ ਕਰਨਗੇ ਤੇ 4 ਵੀਰ ਫੀਲ ਖਾਣਗੇ ਤੇ ਉਹ ਵੀ ਰੋਟੀ ਖਾਣਗੇ ਜੀ। ਦੂਜਾ, ਉੱਥੇ ਸਪਰੈਸ਼ਨ ਬਹੁਤ ਜ਼ਿਆਦੀ ਆ। ਇੰਨੀ ਸਪਰੈਸ਼ਨ ਦੇ ਵਿੱਚ ਤੁਸੀਂ ਡੰਗਰਾਂ ਨੂੰ ਕੰਮ ਕਰਾਉਣਾ 12-12, 14-14 ਘੰਟੇ ਰੋਜ਼। ਇੰਡੀਆ ਦੀ ਦਿਹਾੜੀ ਹੈਗੀ 8 ਘੰਟੇ ਦੀ, ਉੱਥੇ ਹੈਗੀ 12 ਘੰਟੇ ਦੀ ਦਿਹਾੜੀ। 12 ਘੰਟੇ ਜਦੋਂ ਡੰਗਰ ਮੈਨੂੰ ਕਹਾ ਵਾਹੁਣਾ ਪੁਰਾਣੀ ਵਿੱਚ ਛਾਂਟਾ ਮਾਰ ਕੇ, ਮੇਰੇ ਕੰਮ ਤੇ ਆਪੇ ਹੋਣਾ, ਚੀਜ਼ਾਂ ਸਸਤੀਆਂ ਬਣਨੀਆਂ। ਅੱਛਾ, ਹਿਊਮਨ ਵੈਲਿਊ ਜਦੋਂ ਜ਼ੀਰੋ ਨਹੀਂ, ਹਿਊਮਨ ਵੈਲਿਊ ਜ਼ੀਰੋ ਆਖੂ, ਹਿਊਮਨ ਵੈਲਿਊ। ਇਹਦੇ ਕਰਕੇ ਉੱਥੇ ਤਰੱਕੀ ਹੋਣੀ ਆ। ਤੇ ਉਹ ਉੱਥੇ ਕਮਿਊਨਿਜ਼ਮ ਭੁੱਲੀ ਜੋ ਵੀ ਕਮਿਊਨਿਜ਼ਮ ਹੈ, ਉਹਦੇ ਕੈਪੀਟਲਿਜ਼ਮ ਫਲਦਾ ਪਿਆ। ਇੰਨੇ ਬਿਲੀਅਨੇਰ ਹਰ ਸਾਲ ਉਹਦੇ ਬਣਦੇ ਪਏ ਆ। ਦੂਜਾ ਰਹਿ ਗਈ ਗੱਲ ਵੀ ਸਮਾਨ ਲੈਣ ਦੀ। ਸਮਾਨ ਦੂਜੇ ਦੇ ਤਾਂ ਲੈਂਦੇ, ਉਹ ਦਾਬਾ ਮਾਰਦੇ ਵੀ ਬੰਦੇ ਦੇ ਪੁੱਤ ਬਣ ਕੇ ਲਓ, ਉਹਦੇ ਸੋਧਾ ਲਾ ਦਿਆਂਗੇ। ਚੀਨ ਤੇ ਸਾਰੇ ਦੇਸ਼ਾਂ ਨੇ ਕਬਜ਼ਾ ਕਰਨਾ ਚਾਹੁੰਦਾ, ਦੂਜਿਆਂ ਨੂੰ ਗੁਲਾਮ ਬਣਾਉਣਾ ਚਾਹੁੰਦਾ। ਉਹ ਗੁਲਾਮੀ ਤੋਂ ਸਾਰੇ ਡਰਦੇ ਪਏ ਉਹਦੀ ਤੋਂ। ਸਾਊਥ ਚਾਈਨਾ ਸੀ ਤੇ ਉਹਨੇ। ਸਰਜੀਤ ਸਿੰਘ ਜੀ, ਇੱਕ ਗੱਲ ਦਾ ਜਵਾਬ ਦਿਓ ਤੁਸੀਂ। ਠੀਕ ਹੈ, ਤੁਹਾਡੇ ਵਿਚਾਰ ਨੇ, ਤੁਸੀਂ ਸਿਰਫ ਕਰਜ਼ੇ ਲੜਾਈ ਆ। ਉਹਨਾਂ ਦਾ ਵੱਧਦੇ ਹੋਣਾ 2 ਸੂਬੇ ਦੇ ਮੋਦੀ, ਉਹਦਾ 5 ਮੈਂ ਹੋਰ ਲੈਣੇ, 5 ਦੀ 10 ਲੈਣੇ ਸਾਰੇ। ਸਤਿ ਸ੍ਰੀ ਅਕਾਲ ਜੀ। ਮੇਰਾ ਇਹੋ ਕਹਿਣਾ ਹੈ ਵੀ ਇਹ ਠੀਕ ਨਹੀਂ ਹੈਗਾ। ਇਹ ਮੁਲਕ ਸਭ ਤੋਂ ਮਿਹਰਬਾਨੀ, ਥੈਂਕ ਯੂ, ਜਿਹੜਾ ਸਾਰੀ ਦੁਨੀਆ। ਥੈਂਕ ਯੂ ਸਰਜੀਤ ਸਿੰਘ ਜੀ। ਵੈਸੇ ਜੇ ਦੇਖਿਆ ਜਾਵੇ, ਮੈਂ ਨਿਊਜ਼ੀਲੈਂਡ ਵੇਖਿਆ, ਉੱਥੇ ਮਤਲਬ ਜਿਹੜਾ ਹੈਗਾ ਕੁਛ ਟੈਕਸ ਲਗਾਏ ਗਏ, ਕਿਉਂਕਿ ਰੀਅਲ ਸਟੇਟ ਸਾਰਾ ਚਾਈਨਾ ਨੇ ਆਪਣੇ ਕਬਜ਼ੇ 'ਚ ਕਰ ਲਿਆ ਸੀਗਾ। ਘਰਾਂ ਦੀ ਜਿਹੜੀ ਕੋਸਟਲੀ ਘਰ ਸੀਗੇ, ਘਰਾਂ ਦੀ ਖਰੀਦੋ ਫਰੋਖਤ 'ਤੇ ਚੀਨ ਦਾ ਦਬਦਬਾ ਸੀ। ਹੋਰ ਮੁਲਕਾਂ 'ਚ ਵੀ ਹੈਗਾ। ਜੇ ਇੱਥੇ ਸਪਰੈਸ਼ਨ ਆ, ਇੱਥੇ ਪਸ਼ੂਆਂ ਵਾਂਗੂ ਕੰਮ ਕਰਾਇਆ ਜਾਂਦਾ, ਤੇ ਆਮ ਚੀਨੀ ਲੋਕ ਫਿਰ ਹਰ ਜਗ੍ਹਾ ਜਾ ਕੇ ਇਹਨੇ ਬਿਜ਼ਨਸ ਕਿਉਂ ਖਰੀਦ ਰਹੇ ਨੇ? ਉਹ ਤਾਂ ਸਰਕਾਰਾਂ ਨਹੀਂ ਖਰੀਦ ਰਹੀਆਂ ਜਾਂ ਕੰਪਨੀ ਕਾਰਪੋਰੇਟ ਨਹੀਂ ਖਰੀਦ ਰਹੇ, ਉਹ ਤੇ ਆਮ ਲੋਕ। ਤੁਸੀਂ ਕੈਨੇਡਾ 'ਚ ਵੇਖ ਲਓ, ਅਮਰੀਕਾ 'ਚ ਵੇਖ ਲਓ, ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ 'ਚ ਵੇਖ ਲਓ ਕਿ ਚੀਨੀ ਲੋਕ ਕਿੰਨੇ ਬਿਜ਼ਨਸ ਖਰੀਦ ਰਹੇ ਨੇ। ਉਹ ਕੋਈ ਕਾਰਪੋਰੇਟ ਦੇ ਨਹੀਂ, ਇੰਡੀਵਿਜੂਅਲ ਹੈ। ਸੋ ਇਸ ਕਰਕੇ ਉਹ ਨਹੀਂ ਕਿਹਾ ਜਾ ਸਕਦਾ ਕਿ ਉੱਥੇ ਮਤਲਬ ਜਬਰੀ ਕੰਮ ਕਰਾਇਆ ਜਾ ਰਿਹਾ। ਉਹ ਮਤਲਬ ਬਕਸ ਵੀ, ਪੈਸੇ ਵੀ ਕਮਾ ਰਹੇ ਨੇ। ਆਪ ਦਾ ਸਵਾਗਤ ਸਰ, ਵੈਲਕਮ ਜੀ।
ਸਤਿ ਸ਼੍ਰੀ ਅਕਾਲ ਜੀ, ਪੈਰਾ ਸਿੰਘ। ਜੀ ਸਾਹਿਬ, ਪਿਆਰਾ ਸਿੰਘ ਜੀ, ਸਵਾਗਤ ਬਾਈ ਜੀ। ਸਰ ਸਾਹਿਬ, ਤੁਸੀਂ ਮਨ ਕੀ ਬਾਤ ਤੇ ਇੰਨਾ ਬੋਝ ਨਾ ਪਾਓ, ਹੋਰ ਨਾ ਕਿਤੇ ਚੋਇਆ ਛੱਡ ਦੇਵੇ, ਕਿਉਂਕਿ ਇੱਕ ਤਾਂ ਚਾਈਨਾ ਨੇ 56 ਦਾ 26 ਬਣਾਤਾ ਹੈ। ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਫ੍ਰੀ ਗੈਸ ਵੀ ਲੈਣ ਨੂੰ ਤਿਆਰ ਨਹੀਂ ਹੋਇਆ ਕੋਈ, ਪਰ ਇੰਡੀਆ ਵਿੱਚ ਕੀਮਤ ਰੋਜ਼ ਰੋਜ਼ ਵੱਧ ਰਹੀ ਆ। ਫਗਰੇ ਕੌਮ ਵੀ ਸੈਂਟਰ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਵੀ ਬੋਲ ਨਹੀਂ ਰਹੀ ਤੇ ਰੌਲਾ ਪਾ ਰਹੇ ਹਨ ਕਿ ਸੁਖਬੀਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ, ਪਰ ਨੰਨੀ ਸ਼ਾਹ ਦੀ ਕੁਰਸੀ ਖਾਤਰ। ਇਸ ਕਰਕੇ ਮੋਦੀ ਭਗਤਾਂ ਨੂੰ ਬਹੁਤ ਝੂਠ ਬੋਲਣਾ ਪੈ ਰਿਹਾ ਇਸ ਸੱਚਾਈ ਨੂੰ ਛੁਪਾਉਣ ਦੀ ਖਾਤਰ। ਬਾਕੀ ਸਾਹਿਬ ਸਿੱਧੂ ਸਾਹਿਬ ਸਾਡੇ ਹਿਸਾਬ ਨਾਲ ਤਾਂ ਉਹ ਹੁਣ ਆਪਣਾ ਆਸਕ ਗਵਾ ਚੁੱਕੇ ਹਨ। ਹੁਣ ਜਿੱਦਾਂ ਉਹ ਬਾਰ-ਬਾਰ ਪਾਰਟੀ ਵੀ ਬਦਲ ਚੁੱਕੇ ਹਨ ਤੇ ਇਸ ਮੁਹਿੰਮ ਦੇ ਵਿੱਚ, ਇਸ ਸਮਝੌਤੇ ਵਿੱਚ ਵੀ ਕੈਪਟਨ ਨੇ ਉਹਨਾਂ ਨੂੰ ਪੱਟ ਕੇ ਮਾਰ ਦਿੱਤੀ ਹੈ ਤੇ ਸਿੱਧੂ ਨੂੰ ਹੁਣ ਕੋਈ ਸਬੂਤ ਲੱਗਦਾ ਨਹੀਂ, ਕੋਈ ਰਸਤਾ ਮਿਲੇ। ਸੋ ਚਾਹੀਦਾ ਤੇ ਇਹ ਹੈ ਕਿ ਉਹ ਹਰਾ ਕੇ ਸਾਰਾ ਧੜਾ ਬਣਾ ਦੇਣ, ਨਹੀਂ ਤਾਂ ਜਿਹੜੇ ਨਹੀਂ ਬਣਾ ਰਹੇ ਉਹਨਾਂ ਨੂੰ ਵੀ ਕੋਈ ਇੱਕ ਦੂਜਾ ਰਵਾਇਤੀ ਪਾਰਟੀ ਨੂੰ ਭੰਡਣ ਦਾ ਕੋਈ ਹੱਕ ਨਹੀਂ ਹੈਗਾ, ਜਿੰਦਰੋਂ ਆਪ ਹਉਮਾ ਛੱਡ ਕੇ ਤੀਜਾ ਬਣਾਉਂਦੇ ਨਹੀਂ ਤੇ ਤੀਜਾ ਬਦਲ ਨਹੀਂ ਲੱਭਦੇ ਹੈਗੇ। ਧੰਨਵਾਦ ਜੀ। ਮਿਹਰਬਾਨੀ ਜੀ, ਮਿਹਰਬਾਨੀ। ਅਗਲੇ ਕਾਲਰ ਸਰ। ਹੈਲੋ, ਹਾਂ, ਸਤਿ ਸ਼੍ਰੀ ਅਕਾਲ ਤੁਹਾਡੇ ਸਾਹਿਬ। ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ। ਟਵਾਣਾ ਸਾਹਿਬ, ਬਹੁਤ ਵਧੀਆ ਅੱਜ ਤੁਹਾਡਾ ਵਿਸ਼ਾ ਹੈਗਾ, ਕਿਉਂਕਿ ਥੋੜੀ ਜਿਹੀ ਕਰੋਨਾ ਤੋਂ ਬਾਹਰ ਨਿਕਲੇ ਹੋ ਤੇ ਖੁੱਲੀ ਗੱਲਬਾਤ ਹੋ ਰਹੀ ਆ। ਦੇਖੋ ਗੱਲ, ਅੱਛਾ ਇੱਕ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਵੀ ਇਹ ਆ ਜਿਹੜੀ ਜਦੋਂ ਆਪਾਂ ਗੱਲ ਕਰਦੇ ਨਾ, ਆਪਣੇ ਫੋਨ ਦੀ ਆਵਾਜ਼ ਆਪਣੇ ਹੀ ਕੰਨਾਂ 'ਚ ਮੁੜ ਕੇ ਜਾਂਦੀ ਹੈ, ਇੱਕੋ ਜਿਹੀ ਆਉਂਦੀ ਹੈ। ਜਰਾ ਚੈੱਕ ਕਰਾਓ, ਮੈਂ ਕੱਲ ਵੀ ਬੇਨਤੀ ਕੀਤੀ ਸੀ। ਜੀ ਜੀ, ਕੋਈ ਨਹੀਂ। ਅੱਛਾ ਜੀ, ਤੇ ਕਹਿਣਾ ਮੈਂ ਇਹ ਚਾਹੁੰਦਾ ਸੀ ਵੀ ਵੇਖੋ ਜਿਹੜਾ ਯੂਰਪ ਹੈ ਨਾ ਜਾਂ ਪੱਛਮ ਹੈ, ਇਹ ਦੇਸ਼ ਵਿਸ਼ਵਾਸ ਪਾਤਰ ਨੇ, ਕਿਸੇ ਦੇ ਧਰਮ ਦੇ ਵਿੱਚ ਜਾਂ ਕਿਸੇ ਗੱਲ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ। ਚਾਈਨਾ ਜਿਹੜਾ ਵਾ, ਆਵਾਜ਼ ਨਹੀਂ ਸਹੀ ਆ ਰਹੀ। ਚਲੋ ਆਪਣੀ ਗੱਲ ਕਹਿ ਦਿਓ, ਬਾਲੀ ਬੈਕ ਆਵਾਜ਼, ਬੈਕ ਸਾਊਂਡ ਨਾ ਸੁਣੋ, ਕੋਈ ਨਹੀਂ ਤੁਹਾਡੇ ਸਿਸਟਮ। ਚਲੋ ਮੈਂ ਕਰਦਾ ਗੱਲ। ਇਹ ਵੀ ਚਾਈਨਾ ਤੇ ਆਪਾਂ ਫੇਸ ਇਸ ਕਰਕੇ ਨਹੀਂ ਕਰ ਸਕਦੇ ਬਈ ਉਹ ਕਮਿਊਨਿਸਟ ਮੁਲਕ ਹੈ, ਉਹਨੇ ਸਭ ਤੋਂ ਪਹਿਲਾਂ ਅਗਰ ਇੰਡੀਆ ਤੇ ਕਬਜ਼ਾ ਕਰਦਾ ਤੇ ਗੁਰਦੁਆਰਿਆਂ ਤੇ ਮੰਦਿਰਾਂ ਤੇ ਉਹਨੇ ਸੁਹਾਗਾ ਫੇਰਨਾ, ਨੰਬਰ 1। ਨੰਬਰ 2 ਤੇ ਉਹਦੇ ਤੇ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਆਲ ਓਵਰ ਵਰਲਡ, ਮਤਲਬ ਯੂਰਪ ਤੋਂ ਇਲਾਵਾ ਹੋਰ ਵੀ ਕੰਟੀਨੈਂਟ ਹੈਗੇ ਆ ਤੇ ਉਹ ਬੇਵਿਸ਼ਵਾਸਾ ਦੇਸ਼ ਆ। ਤੇ ਤੀਜੇ ਨੰਬਰ ਤੇ ਮੈਂ ਗੱਲ ਉਹ ਭਾਈ ਸਾਹਿਬ ਨੂੰ ਕਹਾਂ ਜਿਹੜੇ ਕਹਿੰਦੇ ਵੀ ਇਹ 17 ਸਾਲਾਂ 'ਚ ਕੁਝ ਨਹੀਂ ਕੀਤਾ। ਮੈਂ ਉਹਨਾਂ ਨੂੰ ਬੇਨਤੀ ਕਰਾਂ ਵੀ ਇਹ ਠੀਕ ਆ, ਅਸੀਂ ਪਿੱਛੇ ਰਹਿ ਗਏ ਆ ਲੀਡਰਾਂ ਦੀ ਨਲਾਇਕੀ ਕਾਰਨ, ਪਰ ਇਹ ਨਾ ਕਹੋ ਅਸੀਂ ਕੁਝ ਨਹੀਂ ਕੀਤਾ। ਸਨ 47 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ, ਸਾਡੇ ਕੋਲ 4 ਫਾਈਟਰ ਜਹਾਜ਼ ਸੀ ਤੇ 20 ਟੈਂਕ ਸੀ ਤੇ 1 ਸਮੁੰਦਰੀ ਜਹਾਜ਼ ਸੀ। ਉਸ ਤੋਂ ਬਾਅਦ ਹਜ਼ਾਰਾਂ ਮੀਲਾਂ ਦਾ ਪਾਕਿਸਤਾਨ ਨਾਲ ਬਾਰਡਰ ਹੈ ਤੇ ਹਜ਼ਾਰਾਂ ਮੀਲਾਂ ਦਾ ਚਾਈਨਾ ਨਾਲ ਆ। ਇੰਨੇ ਬਾਰਡਰ, ਚੈੱਕ ਪੋਸਟਾਂ, ਜਹਾਜ਼, ਮਿਜ਼ਾਈਲਾਂ, ਕੀ ਕੁਝ ਅਸੀਂ ਲੈ ਲਿਆ। ਅਜਿਹੀ ਗੱਲ ਨਹੀਂ, ਜਾਲਾਂ ਦਾ ਮਤਲਬ ਸੜਕਾਂ ਦੇ ਜਾਲ ਵਿਛ ਗਏ, ਬਹੁਤ ਕੁਝ ਹੋਇਆ ਤੇ ਆਪਾਂ ਦਿਲ ਨਾਲ ਛੋਟਾ ਕਰੀਏ। ਆਪਣੇ ਦੇਸ਼ ਨੇ ਬਹੁਤ ਤਰੱਕੀ ਕੀਤੀ ਆ। ਥੈਂਕ ਯੂ, ਥੈਂਕ ਯੂ। ਦੇਖੋ ਤਰੱਕੀ ਤੇ ਕੋਈ ਦੋਰਾਵਾ ਨਹੀਂ, ਪੰਜਾਬ 'ਚ ਤੁਸੀਂ ਵੀ ਰਹਿੰਦੇ ਹੋ, ਅਸੀਂ ਵੀ ਰਹਿੰਦੇ ਰਹੇ ਹਾਂ। ਵੇਖਦੇ ਵੇਖਦੇ ਪੱਖੇ, ਕੂਲਰ ਆਏ, ਬੱਸਾਂ ਨਹੀਂ ਸੀ ਹੁੰਦੀਆਂ, ਤੁਰ ਕੇ ਲੋਕੀ ਕਿੱਥੋਂ ਕਿੱਥੋਂ ਤੱਕ ਜਾਂਦੇ ਸੀ, ਬੜੀਆਂ ਮੁਸ਼ੱਕਤਾਂ ਸੀਗੀਆਂ। ਤੇ ਅੱਜ ਕੱਲ੍ਹ ਮੌਜਾਂ ਬਹੁਤ ਨੇ, ਇਹਦੇ 'ਚ ਕੋਈ ਦੋਰਾਵਾ ਨਹੀਂ ਆ। ਵਿਸ਼ਵ ਪੱਧਰ ਦੇ ਜਿਹੜੇ ਇਕੂਮੈਂਟ ਕੈਨੇਡਾ, ਅਮਰੀਕਾ 'ਚ ਲੋਕ ਵਰਤਦੇ ਨੇ, ਉਸ ਤਰ੍ਹਾਂ ਦੇ ਸਾਜੋ ਸਮਾਨ ਲੋਕ ਇੰਡੀਆ 'ਚ, ਪੰਜਾਬ 'ਚ, ਪਿੰਡਾਂ 'ਚ ਵੀ ਵਰਤਦੇ ਨੇ। ਭਾਵੇਂ ਸੈੱਲ ਫੋਨ ਲੈ ਲਓ, ਕਾਰਾਂ ਲੈ ਲਓ, ਹੋਰ ਚੀਜ਼ਾਂ ਲੈ ਲਓ। ਹਾਂ, ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹਨਾਂ ਦੇ ਹਾਲਾਤ ਮਾੜੇ ਨੇ। ਖੈਰ, ਗੱਲਬਾਤ ਹੋ ਰਹੀ ਹੈ ਪੰਜਾਬ ਦੇ ਵਿੱਚ ਡੀਜ਼ਲ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਇੱਕ ਦੂਸਰੇ ਨੂੰ ਘੇਰ ਰਹੇ ਨੇ, ਪਰ ਇਸ ਦੌਰਾਨ ਆਮ ਆਦਮੀ ਪਾਰਟੀ ਜਾਂ ਨਵਜੋਤ ਸਿੰਘ ਸਿੱਧੂ ਧੜਾ ਕੋਈ ਬਹੁਤਾ ਪੋਜ਼ਿਟਿਵ ਹਾਸਲ ਨਹੀਂ ਕਰ ਰਿਹਾ। ਉਹਨਾਂ ਦੀ ਕੋਈ ਬਹੁਤੀ ਪ੍ਰਾਪਤੀ ਨਹੀਂ ਹੋ ਰਹੀ ਇਸ ਦੋਨਾਂ ਧਿਰਾਂ ਦੇ ਇਹਨਾਂ ਮੁੱਦਿਆਂ ਦੇ ਵਿੱਚ ਫਸੇ ਹੋਣ ਦੇ ਬਾਵਜੂਦ ਵੀ। ਆਪ ਦਾ ਸਵਾਗਤ ਸਰ, ਵੈਲਕਮ। ਕੁਝ ਕਮੈਂਟ ਆਏ ਨੇ, ਮੈਂ ਉਹ ਵੀ ਨਾਲ ਸਾਂਝੇ ਕਰਾਂ, ਕਿਉਂਕਿ ਦੇਖੋ ਗੁਰਨਾਰ ਸਿੰਘ ਚਰਨਵੀਰ ਰੰਧਾਵਾ ਜੁੜੇ ਨੇ, ਦਵਿੰਦਰ ਸਿੰਘ ਲੋਪੋਂ, ਵੱਡੀ ਜਾਣਕਾਰੀ, ਥੈਂਕ ਯੂ। ਸੁਖਵਿੰਦਰ ਸਿੰਘ ਸਿਆੜ ਤੇ ਵੀਰ ਸਿੱਧੂ ਸਾਹਿਬ ਤੇ ਗੁਰਨਾਮ ਸਿੰਘ ਸਿੱਧੂ, ਕੁਲਦੀਪ ਜੱਜ ਸਾਹਿਬ ਐਂਡ ਪਾਲਾ ਨਿੱਜਰ ਬਾਈ ਜੀ ਜੁੜੇ ਨੇ, ਇੰਦਰਪ੍ਰੀਤ ਟਿਵਾਣਾ, ਥੈਂਕ ਯੂ। ਸੋ ਇਹ ਜਿਹੜਾ ਸਾਰਾ ਸਿਲਸਿਲਾ ਹੈਗਾ, ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਭਾਈਵਾਲ ਕਾਰਨ ਘਿਰ ਰਿਹਾ। ਖੇਤਰੀ ਪਾਰਟੀਆਂ, ਭਾਜਪਾ ਦਾ ਇੱਕੋ ਏਜੰਡਾ ਖਤਮ ਕਰਨਾ, ਫੈਡਰਲ ਸਿਸਟਮ ਖਤਮ ਕਰਨਾ ਭਾਜਪਾ ਦਾ ਇੱਕੋ ਮੰਤਵ ਉਦੇਸ਼ ਹੈ। ਆਖਰੀ ਆਪ ਦਾ ਸਵਾਗਤ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਟੋਣਾ ਬਾਈ ਜੀ। ਸਤਿ ਸ਼੍ਰੀ ਅਕਾਲ ਸਿਕੰਦਰ ਆਜ਼ਮ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਗੁੱਡ।
ਕਈ ਵਾਰੀ ਲਿਬੜਾਂ ਦੀ ਬੱਸਾਂ ਕੋ 5 ਮਿੰਟ ਪਹਿਲਾਂ ਲਾ ਦਿੰਦੇ ਹੋ, ਕਈ ਵਾਰੀ ਸਰਕਾਰੀ ਬੱਸਾਂ ਕੋ ਟਾਈਮ ਕਿਸੇ ਹੋਰ ਨੂੰ ਚੁਕਾ ਦਿੰਦੇ ਹੋ। ਹਾਂ ਸਹੀ ਗੱਲ ਹੈ। ਤੇ ਮੈਂ ਕਹਿਣਾ ਸੀ, ਦੇਖੋ ਅੱਜ ਅਮਰੀਕਾ ਦੇ ਵਿੱਚ ਜੇ ਇੰਡੀਆ ਦੇ ਕਰੰਸੀ ਨਾਲ ਕੰਪੇਅਰ ਕਰੀਏ 49 ਰੁਪਏ ਤੇਲ ਦੀ ਕੀਮਤ ਹੋਣੀ ਚਾਹੀਦੀ ਹੈ ਜੀ। ਤੁਸੀਂ ਹਿਸਾਬ ਲਾ ਲਓ ਵੀ ਗੌਰਮੈਂਟ ਕੀ ਕਰ ਰਹੀ ਹੈ। ਬਿਲਕੁਲ, ਮਤਲਬ ਜਾਨੀ ਅੰਨੀ ਲੁੱਟ ਜਿਹਨੂੰ ਕਹਿੰਦੇ ਨੇ, ਅੰਨੀ ਲੁੱਟ ਉਹ ਮਚਾਈ ਹੋਈ ਹੈ। ਤੇ ਕੀ ਲੋਕਾਂ ਦਾ ਕਚੂੰਬੜ ਕੱਢਣਾ, ਇਹ ਵੈਸੇ ਹੀ ਲੋਕਾਂ ਨੂੰ ਕਹਿ ਦੇਣ ਵੀ ਛੱਡ ਕੇ ਭਾਜੋ। ਇਹੀ ਸਕੀਮ ਲੱਗਦੀ ਹੈ ਜੀ। ਅੱਗੇ ਆਪਾਂ ਪੰਜਾਬ ਗੌਰਮੈਂਟ ਨੂੰ ਕਹਿੰਦੇ ਸੀ, ਤੇ ਹੁਣ ਤਾਂ ਸੈਂਟਰ ਗੌਰਮੈਂਟ ਵੀ ਉਹੀ ਕੰਮ ਕਰਨ ਲੱਗ ਗਈ। ਸੈਂਟਰ ਕਰਦਾ, ਪੰਜਾਬ ਨੂੰ ਤਾਂ ਸਿਕੰਦਰ ਜੀ ਵੈਟ ਲੱਗਣਾ ਹੀ ਲੱਗਣਾ। ਵੈਟ ਨੂੰ ਇੱਕ ਤਾਂ ਆਪਣੇ ਤਰੀਕੇ ਨਾਲ ਖਾਤਾ, ਇਹ ਤਾਂ ਇੱਕ ਕਾਨੂੰਨਨ ਪ੍ਰੋਸੈਸ ਹੈ ਜੋ ਵੈਟ ਕਾਂਗਰਸ ਲਾ ਰਹੀ ਹੈ। ਇਹਦੇ 'ਚ ਕੋਈ ਉਹਨਾਂ ਦਾ ਦੋ ਰਾਵਾਂ ਨਹੀਂ ਹੈਗੀਆਂ ਜੀ। ਹਾਂਜੀ ਹਾਂਜੀ। ਤੇ ਨੰਬਰ 2, ਦੇਖੋ ਆਪਾਂ ਚਾਈਨਾ ਨੂੰ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਕੋਈ ਵੀ ਕੰਟਰੀ ਤਰੱਕੀ ਕਰਦਾ ਉਹ ਆਪਦੀ ਮਿਹਨਤ ਤੇ ਕਰਦਾ। ਹੁਣ ਅਸੀਂ ਪੰਜਾਬ ਤੋਂ ਆ ਕੇ ਖਾਲੀ ਜੇਬਾਂ ਲੈ ਕੇ ਇੱਥੇ ਪਹੁੰਚ ਕੇ ਇੱਥੇ ਬਿਜ਼ਨਸ ਤੋਰ ਲਏ, ਮਿਹਨਤ ਕਰਦੇ ਨੇ ਜੀ, ਉਹ ਆਪਦਾ ਕੰਮ ਕਰਦੇ ਨੇ। ਜੇ ਸਾਡੇ ਸਹੀ ਸਿਸਟਮ ਹੋਵੇ, ਜੇ ਸਾਡੇ ਹਿੱਸੇਦਾਰੀਆਂ ਲੀਡਰ ਜਾਂ ਅਫਸਰ ਨਾ ਰੱਖਣ, ਤੇ ਸਾਡੇ ਜਿਹੜਾ ਕੋਈ ਮਰਜ਼ੀ ਕਰ ਲਓ ਜੀ। ਸਾਡੇ ਪ੍ਰੋਬਲਮ ਤਾਂ ਜਿਹੜੀ ਆਉਂਦੀ ਆ ਉਹ ਆ, ਜੇ ਕੋਈ ਬਾਹਰੋਂ ਆਉਂਦਾ ਜਾਂ ਜੇ ਕੋਈ ਘਰ ਦਾ ਹੀ ਫੈਕਟਰੀ ਲਾਉਂਦਾ ਉਹ ਵਿਚਾਰੇ ਨੂੰ ਕਜੂੰਬੜ ਦਾ ਉਹਦਾ ਕੱਢ ਦਿੰਦੇ ਨੇ, ਹਿੱਸਾ ਪਾ ਲੈਂਦੇ ਨੇ, ਕਹਿੰਦੇ ਨੇ ਬ੍ਰੈਡ ਤੇਰੇ 'ਚ ਵਿਕਣ ਲੱਗ ਗਏ, ਸਾਡਾ ਹਿੱਸਾ ਰੱਖ। ਜਿਹੜੀ ਮੈਂ ਉਦੋਂ ਤੁਹਾਨੂੰ ਗੱਲ ਦੱਸੀ ਨਾ ਵੀ ਉਹਦੀ ਔਸਵਾਲ ਮਿੱਲਾਂ 5 ਲੱਗੀਆਂ ਸੀਗੀਆਂ ਉਦੋਂ, ਤੇ ਜਿਹੜੀ ਕਸਲਾਣੇ ਵੀ ਲੱਗੀ ਹੋਈ ਸੀ, ਇਹਦੇ ਵਿੱਚ ਸੁੱਕੇ ਹਿੱਸੇ ਵੀ ਸੀਗੇ, ਸੁੱਕੇ ਹਿੱਸੇ ਰੱਖੇ ਹੋਏ ਸੀ ਵਿੱਚ। ਤੇ ਮਤਲਬ ਕਾਮਯਾਬ ਕਿੱਥੋਂ ਹੋ ਜੀ ਬੰਦਾ? ਦੇਖੋ ਖਾਣ ਵਾਲੇ ਕਿੰਨੇ ਨੇ, ਅਫਸਰ ਖਾਣ ਵਾਲੇ ਲਹਿਦਾ ਨੇ, ਫਿਰ ਅਗਲਾ ਕਹਿੰਦਾ ਟੈਕਸ ਚੋਰੀ ਕਰਦਾ। ਜੇ ਸਾਰਾ ਕੰਮ ਸਹੀ ਤਰੀਕੇ ਨਾਲ ਚੱਲਦਾ ਹੋਵੇ, ਹੁਣ ਇੱਥੇ ਮਤਲਬ ਆ ਲਿਕਰ ਸਟੋਰ ਆ ਜੀ, ਜਿੱਦਣ ਲਿਕਰ 15 ਸਾਲ ਪਹਿਲਾਂ ਸਟੋਰ ਲਿਆ ਸੀ, ਉਦੋਂ ਲਿਕਰ ਇੰਸਪੈਕਟਰ ਦੇਖਿਆ, ਲੈ ਮੁੜ ਕੇ ਮੈਂ ਕਦੇ ਲਿਕਰ ਇੰਸਪੈਕਟਰ ਨਹੀਂ ਦੇਖਿਆ ਇੱਥੇ। ਤੇ ਮਤਲਬ ਇਹੋ ਜਿਹਾ ਸਿਸਟਮ ਆ ਇੱਥੇ, ਦੇਖ ਲਓ ਲਿਕਰ ਇੰਸਪੈਕਟਰ। ਚਲੋ ਜੀ, ਮਿਹਰਬਾਨੀ। ਔਰ ਇਹ ਤਾਂ ਲਿਕਰ ਇੰਸਪੈਕਟਰ ਛੱਡੋ, ਉਹਦੇ ਜਿਹੜੇ ਸੇਵਾਦਾਰ ਨੇ ਉਹ ਵੀ ਬਹੁਤ ਅਮੀਰ ਬਣੇ ਬੈਠੇ ਨੇ, ਉਹਨਾਂ ਦਾ ਵੀ ਚੰਗਾ ਸਟੈਂਡਰਡ ਹੈ। ਮਿਹਨਤ ਨਾਲ ਸਟੈਂਡਰਡ ਬਣੇ ਕੋਈ ਮਾੜਾ ਨਹੀਂ, ਪਰ ਜੇ ਲੁੱਟ ਦੇ ਪੈਸੇ ਨਾਲ ਚਾਂਦੀ ਦੀਆਂ ਜੁੱਤੀਆਂ ਖਾ ਖਾ ਕੇ ਸਟੈਂਡਰਡ ਬਣਾਉਂਦਾ, ਉਹ ਕੋਈ ਸੋਹਣਾ ਨਹੀਂ ਹੈ। ਗੱਲਬਾਤ ਚੀਨ ਦੇ ਨਾਲ ਚੱਲਦੀ ਰਹਿਣ ਦੀ ਕੋਈ ਦਿੱਕਤ ਨਹੀਂ ਹੈ, ਪਰ ਦੇਖੋ ਮੋਦੀ ਸਾਹਿਬ ਨੇ ਕੱਲ੍ਹ ਵੀ ਰਾਸ਼ਟਰ ਨੂੰ ਸੰਬੋਧਨ ਕੀਤਾ ਦੁਸ਼ਮਣ ਦਾ ਨਾਂ ਲਏ ਬਿਨਾਂ। ਇੱਕ ਪਾਸੇ ਤਾਂ ਦੇਖੋ ਸਰਜੀਕਲ ਸਟ੍ਰਾਈਕ ਆ ਕਿ ਅਸੀਂ ਕੰਪਨੀਆਂ ਬੰਦ ਕਰ ਦਿੱਤੀਆਂ, ਸੇਂਧ ਲੱਗੀ ਹੈ। ਜੇ ਚੀਨ ਨੇ ਸੇਂਧ ਲਾਈ ਹੈ, ਨਾਂ ਕਿਉਂ ਨਹੀਂ ਲਿਆ ਜਾਂਦਾ ਫਿਰ ਉਹਦਾ, ਹੈ ਨਾ? ਖੈਰ ਚੀਨ ਨੇ ਜਿਹੜੀ, ਜੇ ਲੱਗਦਾ ਕਿ ਸੇਂਧ ਜਿਹੜੀ ਲਾਈ ਹੈ ਸਾਡੇ ਜਵਾਨਾਂ ਦਾ ਨੁਕਸਾਨ ਕੀਤਾ, ਉਹਦਾ ਨਾਂ ਲਿਆ ਜਾਵੇ। ਫਿਰ ਚੀਨੀ ਕੰਪਨੀਆਂ ਬੰਦ ਕਰਕੇ ਕੀ ਸਿਰਫ ਇੱਕ ਮੈਨੂੰ ਲੱਗਦਾ ਜਿਵੇਂ ਰਾਮਦੇਵ ਦੀ ਮੈਗੀ ਆਈ ਹੈ, ਇੱਦਾਂ ਹੀ ਕੋਈ ਹੋਰ ਰਿਲਾਇੰਸ ਰਲੂੰਸ ਦੀਆਂ ਕੰਪਨੀਆਂ ਆ ਜਾਣੀਆਂ, ਦੁਕਾਨ ਉਹਨਾਂ ਦੀ ਚੱਲ ਪੈਣੀ ਆ। ਆਪ ਦਾ ਸਵਾਗਤ ਸਰ, ਵੈਲਕਮ ਜੀ। ਤੇ ਇਸ ਦੌਰਾਨ ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਅਕਾਲੀ ਦਲ ਇਸ ਵਕਤ ਕਾਫੀ ਦੁਚਿੱਤੀ ਦੇ ਵਿੱਚ ਹੈ, ਕਿਉਂਕਿ ਆਹ 25 ਤਾਰੀਖ ਨੂੰ ਜਿਹੜਾ ਐਮਰਜੈਂਸੀ ਡੇ ਮਨਾਇਆ ਗਿਆ, ਜੋ ਇੰਦਰਾ ਨੇ ਐਮਰਜੈਂਸੀ ਲਾਈ ਸੀ, ਐਮਰਜੈਂਸੀ ਹੁਣ ਵੀ ਹੈ। ਤੁਸੀਂ ਵੇਖੋ ਕਿ ਜਿਸ ਤਰ੍ਹਾਂ PTI ਨੇ ਵਿਕਰਮ ਮਿਸ਼ਰੀ ਦਾ ਬਿਆਨ ਛਾਪ ਦਿੱਤਾ, ਜਿਹੜਾ ਇੰਡੀਅਨ ਐਂਬੈਸਡਰ ਸੀਗਾ। ਸੋ PTI ਨੂੰ ਜਿਹੜੀ ਉਹਗੀ ਖਬਰ ਏਜੰਸੀ ਹੈ ਇੰਡੀਆ ਦੀ, ਉਹਨੂੰ ਧਮਕੀ ਦਿੱਤੀ ਗਈ ਭਾਰਤ ਸਰਕਾਰ ਵੱਲੋਂ। ਬਲਵਿੰਦਰ ਜੰਮੂ ਜਾਂ ਹੋਰ ਜਿਹੜੇ ਜਰਨਲਿਸਟ ਯੂਨੀਅਨ ਦੇ ਆਗੂ ਨੇ, ਉਹਨਾਂ ਨੇ ਇਸ ਦਾ ਵਿਰੋਧ ਵੀ ਕੀਤਾ, ਆਲੋਚਨਾ ਵੀ ਕੀਤੀ ਭਾਰਤ ਸਰਕਾਰ ਦੇ ਇਸ ਫੈਸਲੇ ਦੀ। ਸਿਰਫ ਜੇ ਵਿਕਰਮ ਮਿਸ਼ਰੀ ਨੇ ਬਿਆਨ ਦਿੱਤਾ ਤੇ ਛਾਪਿਆ, ਚਾਈਨਾ ਦੇ ਜਿਹੜਾ ਆਫੀਸ਼ੀਅਲ ਸੀਗਾ, ਉਹਨਾਂ ਦਾ ਹਮਰੁਤਬਾ ਅਫਸਰ ਸੀ, ਉਹਦਾ ਜਿਹੜਾ ਬਿਆਨ ਉਹਨੇ ਛਾਪਿਆ। ਹੁਣ ਜੇ ਸਾਡੇ ਕੋਲ ਖਬਰ ਆ ਜਾਂਦੀ ਹੈ ਕਿਸੇ ਧਿਰ ਦੀ ਲਾਉਣੀ, ਸਾਡੀ ਤਾਂ ਜੌਬ ਹੈ। ਹੁਣ ਸਾਡੀ ਜੌਬ ਤੇ ਵੀ ਡਾਕੇ ਨੇ ਕਿ ਤੁਸੀਂ ਆਹ ਨਹੀਂ ਬੋਲਣਾ, ਆਹ ਨਹੀਂ ਬੋਲਣਾ। ਸਰਕਾਰਾਂ ਵਾਲੇ ਤੁਸੀਂ ਸਾਨੂੰ ਦੱਸੋਗੇ ਕਿ ਅਸੀਂ ਕੀ ਬੋਲਣਾ, ਕੀ ਨਹੀਂ ਬੋਲਣਾ। ਆਪ ਦਾ ਸਵਾਗਤ ਸਰ। ਹੈਲੋ, ਵੈਲਕਮ ਜੀ। ਕਾਲਰ ਦੀ ਆਵਾਜ਼ ਨਹੀਂ ਆ ਰਹੀ, ਮਾਫੀ ਚਾਹੁੰਦੇ ਹਾਂ। ਚਰਨਵੀਰ ਰੰਧਾਵਾ ਕਹਿੰਦੇ ਜਦੋਂ ਦਾ ਖਹਿਰਾ ਬਾਰ ਕੀਤਾ ਉਦੋਂ ਦਾ ਆਪ ਦਾ ਆਪੋਜੀਸ਼ਨ ਵਾਲਾ ਰੋਲ ਲਗਭਗ ਖਤਮ ਹੋ ਗਿਆ, ਅਕਾਲੀ ਦਲ ਆਪ ਦੀ ਜਗ੍ਹਾ ਲੈਣ ਦੇ ਵਿੱਚ ਸਫਲ ਹੋ ਗਿਆ। ਸਵਾਗਤ ਹੈ ਜੀ ਆਪ ਜੀ ਦਾ। ਹਾਂਜੀ ਟਵਾਣਾ ਸਾਹਿਬ, ਗੱਲ ਪਤਾ ਕੀ ਆ ਵੀ ਜਿਹੜਾ ਕਪਾਹ ਨਰਮੇ ਵਾਲੇ ਜ਼ਿਲ੍ਹੇ ਆ ਨਾ, ਇਹਨਾਂ ਨੂੰ ਬਚਾਉਣ ਦੀ ਜਨਾਬ ਲੋੜ ਹੈਗੀ ਆ। ਦੇਖੋ ਪਿਛਲੀ ਗੇੜੀ ਨਾ ਮੀਂਹ ਪੈ ਗਏ ਸੀ 2 ਦਿਨ ਵਧੀਆ, ਤੇ ਚਿੱਟੀ ਮੱਖੀ ਮਰ ਗਈ ਸੀ ਜੀ। ਤੇ ਐਤਕੀ ਹੁਣ ਦੇਖੋ ਮੌਨਸੂਨ ਬੜੀ ਕਮਜ਼ੋਰ ਚੱਲ ਰਹੀ ਆ, ਤੇ ਇਸ ਕਰਕੇ ਜਿਹੜਾ ਬਾਈ 에ਅਰ ਸਪਰੇ ਦਾ ਕੰਮ ਕਰਨਾ ਚਾਹੀਦਾ। ਹਾਂ, ਬਾਈ 에ਅਰ ਸਪਰੇ ਹੋ ਜੇ ਤੇ ਚਿੱਟੀ ਮੱਖੀ ਮਰ ਜੂ, ਤੇ ਕਪਾਹ ਨਰਮਾ ਆਪਣਾ ਬਾਜੂ ਆ, ਤੇ ਅਖੀਰ
ਕਪਾਹ ਨਰਮਾ ਸਾਰੇ ਪੰਜਾਬ ਚ ਲਾਉਣਾ ਪੈਣਾ, ਜਿਵੇਂ ਪਾਣੀ ਦੀ ਪ੍ਰੋਬਲਮ ਆ ਰਹੀ ਆ। ਤੇ ਇਹ ਜਿਹੜੀ ਨਾ ਕਹੀ ਜਾਂਦੇ ਆ ਜੀ ਸਪਰੇਅ ਨਾਲ ਹੋ ਜਾਂਦਾ, ਕੁਛ ਨਹੀਂ ਜਨਾਬ। ਦੇਖੋ ਜਿਹੜਾ ਹਰੀਕੇ ਪੱਤਣ ਦਾ ਗੰਦਾ ਪਾਣੀ ਆ ਉਹ ਸਾਰੀ ਖਰਾਬੀ ਕਰਦਾ ਵਾ, ਤੇ ਸਪਰੇਅ ਨਾਲ ਨਹੀਂ ਕੁਛ ਹੁੰਦਾ। ਹਾਂਜੀ ਜੀ। ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਦੇਖੋ ਜਿਹੜਾ ਦੇਸੀ ਕੁੱਕੜ ਆ ਸਾਰਾ ਦਿਨ ਰੂੜੀ ਤੇ ਰਹਿੰਦਾ, ਕੀ ਉਹਦੀ ਮੀਟ ਨੂੰ ਨੁਕਸ ਪੈਂਦਾ? ਤੇ ਇਸ ਕਰਕੇ ਸਪਰੇਅ ਨੇ ਆਪਦਾ ਕੰਮ ਕਰਨਾ ਹੁੰਦਾ ਵਾ, ਉਹਨੇ ਚਿੱਟੀ ਮੱਖੀ ਮਾਰਨੀ ਹੈ ਸਿਰਫ। ਤੇ ਇਸ ਕਰਕੇ ਨਰਮਾ ਕਪਾਹ ਨੂੰ ਬਚਾਓ ਜਨਾਬ। ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ। ਦੇਖੋ ਬਿਲਕੁਲ ਡਿਵਰਸੀਫਿਕੇਸ਼ਨ ਵਾਲੀਆਂ ਜਿਹੜੀਆਂ ਫਸਲਾਂ ਨੇ, ਫਸਲੀ ਵਿਭਿੰਨਤਾ ਜਿਹੜਾ, ਪਰ ਇਹਦੇ 'ਚ ਕਰੋਗੇ ਕੀ ਭਾਜੀ? ਕਪਾਹ ਮੱਕੀ ਦਾ ਠੀਕ ਹੈ, ਭਾਰਤੀ ਕਪਾਹ ਨਿਗਮ ਹੈ ਬਹੁਤ ਘੱਟ ਰੇਟ 'ਤੇ ਖਰੀਦੀ ਹੈ, ਅਤੇ ਚਿੱਟਾ ਸੋਨਾ ਜਿਹੜਾ ਉਹ ਬਰਬਾਦ ਵੀ ਹੁੰਦਾ ਜਾ ਰਿਹਾ ਸਰਕਾਰਾਂ ਦੀ ਨਾਅਹਲੀਅਤ ਕਾਰਨ। ਮੱਕੀ ਲੋਕ ਬੀਜਦੇ ਨੇ, ਮੱਕੀ ਤੁਸੀਂ ਆਟਾ ਲੈਣ ਜਾਓ 30-32 ਰੁਪਏ ਮਿਲਦਾ ਹੈ, ਅਤੇ ਜਦੋਂ ਮੱਕੀ ਮਾਰਕੀਟ 'ਚ ਕਿਸਾਨ ਆਉਂਦਾ 7 ਰੁਪਏ ਨੂੰ ਨਹੀਂ ਕੋਈ ਪੁੱਛਦਾ। ਇਸ ਵਾਰੀ ਤਾਂ ਮੱਕੀ ਦਾ ਰੇਟ ਵੈਸੇ ਮਾਰਕੀਟ 'ਚ ਵੀ ਜ਼ਿਆਦਾ, ਪਰ ਜਦੋਂ ਕਿਸਾਨ ਵੇਚਦਾ ਤਾਂ ਉਹਦੀ ਕੋਈ ਵੈਲਿਊ ਨਹੀਂ ਹੁੰਦੀ। ਸੋ ਕਈ ਸਾਰੇ ਕਾਰਨ ਸਾਨੂੰ ਪੜਚੋਲਣੇ ਪੈਣਗੇ ਇਸ ਦੇ, ਕਿ MSP ਹੁਣ ਜਿਸ ਤਰ੍ਹਾਂ ਟੁੱਟ ਰਿਹਾ, MSP ਟੁੱਟਣ ਤੁਸੀਂ ਵੇਖੋ ਇਸ ਵਾਰੀ ਕਰੋਨਾ ਸੀਗਾ ਇੱਕ ਤਾਂ, ਇੱਕ ਫਸਲਾਂ ਵੇਚਣ ਖਰੀਦਣ ਦੀ ਮਾਮੂਲੀ ਦਿੱਕਤ ਸੀ। ਹਾਲਾਂਕਿ ਕੈਪਟਨ ਗਵਰਨਮੈਂਟ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਪ੍ਰੋਕਿਉਰਮੈਂਟ ਕੀਤੀ ਹੈ ਕਣਕ ਦੀ, ਪਰ ਤੁਸੀਂ ਵੇਖੋ ਕਿ ਕਿਸਾਨਾਂ ਨੇ ਇਸ ਵਾਰੀ ਰੇਟ ਘਟਾ ਦਿੱਤੇ। ਜਿਹੜੇ ਕਾਸ਼ਤਕਾਰ ਸੀ ਕਿ ਅਸੀਂ ਤਾਂ ਜੇ 55 ਨੂੰ ਠੇਕਾ ਹੈ ਕਿੱਲੇ ਦਾ, ਖੇਤ ਦਾ, ਜਿਹਨੂੰ ਦੁਆਬੇ ਵਾਲੇ ਖੇਤ ਕਹਿੰਦੇ ਆ ਕਿੱਲੇ ਨੂੰ, ਉਹ ਮਤਲਬ 5-5, 7-7, 10-10 ਹਜ਼ਾਰ ਘਟਾ ਦਿੱਤਾ ਕਿ ਅਸੀਂ ਨਹੀਂ ਲੈਂਦੇ। ਬਹੁਤ ਸਾਰੇ ਕਿਸਾਨ ਖੇਤੀ ਛੱਡ ਗਏ ਨੇ, ਚਲੋ ਉਹਨਾਂ ਦੀ ਖੁਸ਼ੀ ਹੈ, ਪਰ ਉਹ ਜੇ ਮਾਮਲਿਆਂ ਦੇ ਰੇਟ ਡਿੱਗੇ ਨੇ ਅਤੇ ਜ਼ਮੀਨ ਦੇ ਰੇਟ ਡਿੱਗਣੇ ਨੇ। ਅੱਜ ਜਿਹੜੀ 15-18 ਨੂੰ ਵਿਕਦੀ ਹੈ, 2 ਮਹੀਨੇ ਨੂੰ 4 ਮਹੀਨੇ ਵੇਖ ਲਓ, ਫਸਲ ਵੇਖ ਲਓ, ਜਦੋਂ MSP ਦਾ, ਕਿਉਂਕਿ ਟੁੱਟਣਾ ਹੀ ਟੁੱਟਣਾ, ਭਾਵੇਂ ਜਿੰਨਾ ਲੱਖ ਭਰੋਸਾ ਦੇਈ ਜਾਣ। ਇਹ ਜਿਹੜਾ ਕਿਸਾਨੀ ਬਿੱਲ ਆ ਰਿਹਾ ਇਹਦੇ ਨਾਲ ਬਹੁਤ ਨੁਕਸਾਨ ਹੋਣਾ। ਉਹ ਜ਼ਮੀਨ ਆ 9-10 ਨੂੰ ਨਹੀਂ ਕਿਸੇ ਨੇ ਪੁੱਛਣੀ, NRI ਵੇਚ ਕੇ ਜਾ ਰਹੇ ਨੇ। ਸਾਰੇ ਬੱਚੇ ਆ ਜਿਹੜੇ ਤਕਰੀਬਨ ਹਰ ਘਰ 'ਚੋਂ ਬਾਹਰ ਜਾਣ ਦੀ ਕੋਸ਼ਿਸ਼ ਦੇ ਵਿੱਚ ਹੈ, ਅਤੇ ਉਸ ਦੇ ਨਾਲ ਜਿਹੜੇ ਹਰ ਕੋਈ ਜ਼ਮੀਨ ਵੇਚਣ ਨੂੰ ਤਿਆਰ ਹੈ, ਖਰੀਦਦਾਰ ਹੈ ਕੋਈ ਨਹੀਂ। ਅਤੇ ਰੇਟ ਹੈ ਜਿਹੜਾ ਕੋਈ 20 ਕੱਢੀ ਜਾਂਦਾ, ਕੋਈ 25 ਕੱਢੀ ਜਾਂਦਾ, ਪਰ ਖਰੀਦਦਾ ਇਸ ਰੇਟ ਨੂੰ ਕੋਈ ਨਹੀਂ ਹੈ। ਆਪ ਦਾ ਸਵਾਗਤ ਸਰ, ਵੈਲਕਮ। ਸੋ ਕੋਸ਼ਿਸ਼ ਕਰਦੇ ਹਾਂ ਜਿਹੜਾ ਕਿ ਕਿਸੇ ਕਿਸਾਨ ਯੂਨੀਅਨ ਦੇ ਆਗੂ ਨਾਲ MCR ਨੂੰ ਬੇਨਤੀ ਹੈ ਕਿ ਕਿਸਾਨ ਯੂਨੀਅਨ ਆਗੂ ਨੇ ਜਿਹੜੇ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਡਾਕਟਰ ਦਰਸ਼ਨਪਾਲ ਜਾਂ ਹੋਰ ਜਿਹੜੇ ਲੋਕ ਨੇ। ਹੈਲੋ। ਅਤੇ ਇਸ ਦੌਰਾਨ ਤੁਸੀਂ ਕਾਲ ਕਰਨੀ ਹੈ 0175 5156 ਤੇ ਇੰਟਰਨੈਸ਼ਨਲ ਕਾਲ ਨੰਬਰ ਹੈ 888 923 2656 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਇਸ ਵਕਤ ਗਲੋਬਲ ਪੰਜਾਬ ਟੈਲੀਵਿਜ਼ਨ ਦੇ ਫੇਸਬੁੱਕ ਪੇਜ 'ਤੇ ਲਾਈਵ ਵੀ ਦੇਖ ਰਹੇ ਹੋ, ਅਤੇ ਇਸ ਦੇ ਨਾਲ ਨਾਲ ਤੁਸੀਂ YouTube 'ਤੇ ਗਲੋਬਲ ਪੰਜਾਬ TV ਦੇ ਜਿਹੜੇ YouTube ਪੇਜ 'ਤੇ ਵੀ ਇਹਨਾਂ ਪ੍ਰੋਗਰਾਮਾਂ ਦਾ ਤੁਸੀਂ ਰਿਪੀਟ ਵੇਖਦੇ ਹੋ। ਅਤੇ ਵਿਸ਼ਵ ਭਰ ਦੇ ਵਿੱਚ ਸਾਡੇ ਪ੍ਰੋਗਰਾਮਾਂ ਨੂੰ ਵੇਖਣ ਵਾਸਤੇ ਗਲੋਬਲ ਪੰਜਾਬ ਟੈਲੀਵਿਜ਼ਨ ਨੈਟਵਰਕ ਦੀਆਂ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਨੂੰ ਮਿਲਣਗੀਆਂ Amazon Fire 'ਤੇ, Roku 'ਤੇ, Apple TV, IPTV, Android 'ਤੇ, iOS 'ਤੇ, ਅਤੇ globalpunjabtv.com ਵੈਬਸਾਈਟ ਤੋਂ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਜੇ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਤੁਸੀਂ ਕੈਨੇਡਾ ਭਰ ਦੇ ਵਿੱਚ ਚੈਨਲ ਪੰਜਾਬੀ TV ਦੇ ਜ਼ਰੀਏ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਵੇਖ ਸਕਦੇ ਹੋ। ਚੈਨਲ ਪੰਜਾਬੀ TV ਨੂੰ ਵੇਖਣ ਵਾਸਤੇ ਕੇਬਲ ਨੈਟਵਰਕ ਰੋਜ਼ਰ, ਬੈਲ, ਸ਼ਾਹ ਅਤੇ ਟਲਸ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ। ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ ਤੱਕ ਲਗਾਤਾਰ 5 ਦਿਨ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ। ਸਵਾਗਤ ਜੀ, ਵੈਲਕਮ। ਅਤੇ ਇਸ ਸਿਲਸਿਲੇ ਵਿੱਚ ਥੋੜ੍ਹੀਆਂ ਕਾਲ ਡਰੋਪ ਹੋ ਜਾਂਦੀਆਂ, ਮੇਰੀ ਗੱਲ ਥੋੜ੍ਹੀ ਲੰਮੀ ਨਿਕਲ ਜਾਂਦੀ ਹੈ, ਪਰ ਦੇਖੋ ਕਈ ਵਾਰੀ ਫਿਰ ਦਰਸ਼ਕ ਨਾਰਾਜ਼ ਹੁੰਦੇ ਨੇ ਕਿ ਸਾਡੀਆਂ ਕਾਲਸ ਨਹੀਂ ਲੈ ਰਹੇ, ਅਤੇ ਹੁਣ ਇਹ ਸਾਡੀ ਵੀ ਬੇਵਸੀ ਹੈ, ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹਦੀ ਕਾਲ ਹੈ ਕਿਹਦੀ ਨਹੀਂ ਕਾਲ। ਅਤੇ ਮੇਰੀ ਬਦਕਿਸਮਤੀ ਕਹਿ ਲਓ ਜਾਂ ਖੁਸ਼ਕਿਸਮਤੀ ਕਹਿ ਲਓ ਕਿ ਜਿਹੜਾ ਵੀ ਕਾਲਰ 1-2 ਵਾਰੀ ਕਾਲ ਕਰਦਾ ਮੈਨੂੰ ਉਹਦਾ ਨਾਂ ਯਾਦ ਆ ਜਾਂਦਾ ਜੇ ਬੰਦਾ ਦੱਸ ਦਿੰਦਾ, ਅਤੇ ਮੈਂ ਨਾਂ ਲੈ ਕੇ ਸੰਬੋਧਨ ਕਰ ਦਿੰਦਾ। ਫਿਰ ਕਈਆਂ ਨੂੰ ਲੱਗਦਾ ਇਹ ਤਾਂ ਇਹਦੇ ਆਪਣੇ ਹੀ ਬੰਦੇ ਨੇ, ਆਪਣੇ ਬੰਦਿਆਂ ਨੂੰ, ਭਾਵੇਂ ਉਹ ਸਿਕੰਦਰ ਜੀ ਆ ਅਤੇ ਭਾਵੇਂ ਸੁਰਜੀਤ ਸਿੰਘ ਆ, ਭਾਵੇਂ ਸੋਢੀ ਸਾਹਿਬ ਹੈ, ਵੀ ਉਹਨਾਂ ਦਾ ਹੀ ਨਾਂ ਲੈਂਦੇ ਰਹਿੰਦੇ ਨੇ। ਅਤੇ ਮੈਨੂੰ ਇਹ ਹੁੰਦਾ ਕਿ ਟਾਈਮ ਬਚ ਜਾਂਦਾ, ਅਗਲਾ ਆਪਣਾ ਨਾਂ ਦੱਸਦਾ, ਉਹ ਦੱਸਦਾ, ਆਪਾਂ ਫੜ ਦੇ ਕੇ ਉਹਦਾ ਨਾਂ ਲੈ ਕੇ ਗੱਲ ਸ਼ੁਰੂ ਕਰ ਲਈਦੀ ਹੈ ਨਾ। ਸੋ ਜਿਵੇਂ ਕਹਿੰਦੇ ਆ ਨਾ ਕਿ ਗੱਲ ਕਰ ਮਤਲਬ ਦੀ ਬੂਹਾ, ਭੇਡ ਦੇ ਮੱਛਣ ਦੇ ਦੀਵਾ। ਸੋ ਕਿਉਂਕਿ ਮਿੰਟ, ਸੈਕਿੰਡ ਜਿਹੜਾ ਹੈਗਾ ਸਹਾਈ ਹੈ।
ਸੋਢੀ ਸਾਹਿਬ ਨੇ ਇੱਕ ਗੱਲ ਆਖੀ ਸੀ ਕਿ ਜੇ ਚਾਈਨਾ ਆ ਗਿਆ ਸਾਡੇ ਧਾਰਮਿਕ ਸਥਾਨਾਂ ਤੇ ਪਹਿਲਾਂ ਹਮਲਾ ਕਰੇਗਾ। ਦੇਖੋ ਚੀਨ ਦੇ ਵਿੱਚ ਕਦੇ ਤੁਸੀਂ ਵੇਖਿਆ ਕਿ ਧਾਰਮਿਕ ਆਧਾਰ ਤੇ ਕੋਈ ਦੰਗੇ ਫਸਾਦ ਹੋਏ ਨੇ? ਇਹ ਠੀਕ ਹੈ ਕਿ ਇੰਨੀ ਦਿਨ ਇਹ ਰੌਲਾ ਪੈ ਰਿਹਾ ਕਿ ਜਿਹੜਾ ਉੱਥੇ ਮੁਸਲਿਮ ਵਰਗ ਹੈ ਉਹਦੇ ਨਾਲ ਜ਼ਿਆਦਤੀਆਂ ਹੋ ਰਹੀਆਂ ਨੇ। ਕਾਰਨ ਕੀ ਹੈ ਕਿ ਮੁਸਲਿਮ ਵਰਗ ਦਾ ਜਿਹੜਾ ਫਨੋਮਨਾ ਜਾਂ ਉਹਨਾਂ ਦਾ ਜੋ ਸਿਸਟਮ ਹੈ ਉਹ ਆਪਣੇ ਧਰਮ ਦੇ ਵਿੱਚ ਕੱਟੜ ਬਹੁਤ ਨੇ। ਤੁਸੀਂ ਤੁਹਾਡੇ ਦੋਸਤ ਬਹੁਤ ਹੋਣਗੇ, ਤੁਸੀਂ ਈਦ ਮੁਬਾਰਕ ਲੱਖ ਆਖੀ ਜਾਓ, ਪਰ ਉਹ ਤੁਹਾਡੇ ਗੁਰਪੁਰਬ, ਦੀਵਾਲੀ ਜਾਂ ਹੋਰ ਤਿਉਹਾਰਾਂ 'ਤੇ ਤੁਹਾਨੂੰ ਬਹੁਤ ਘੱਟ ਮੁਬਾਰਕਬਾਦ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਧਰਮ ਦੇ ਵਿੱਚ ਜੋ ਸਿਖਾਇਆ ਗਿਆ ਉਹਨਾਂ ਨੂੰ ਬਾਕੀ ਸਾਰੀ ਦੁਨੀਆ ਬਹੁਤਿਆਂ ਨੂੰ ਕਾਫਰ ਜਾਪਦੀ ਹੈ। ਉਹਨਾਂ ਦਾ ਜਿਹੜਾ ਰਹਿਣ ਸਹਿਣ ਕਿ ਉੱਥੇ ਜਿਹੜਾ ਦਾੜੀ ਨਹੀਂ ਰੱਖ ਸਕਦੇ। ਤੁਸੀਂ ਵੇਖਿਆ ਕਦੇ ਚਾਈਨੀ ਫੌਜ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਿੱਖ ਰੈਜੀਮੈਂਟ ਹੈ, ਮਰਾਠਾ ਰੈਜੀਮੈਂਟ ਹੈ, ਜਾਟ ਰੈਜੀਮੈਂਟ ਹੈ, ਸਾਡੇ ਧਰਮ ਨੂੰ ਬਹੁਤ ਤਵੱਜੋ ਹੈ। ਚਾਈਨਾ ਦੇ ਵਿੱਚ ਸਰਕਾਰੀ ਸਭਾਵਾਂ ਦੇ ਵਿੱਚ ਧਰਮ ਨੂੰ ਕੋਈ ਬਹੁਤੀ ਤਵੱਜੋ ਨਹੀਂ ਹੈ ਤੇ ਇਸ ਕਰਕੇ ਉੱਥੇ ਮਤਲਬ ਜਿਹੜਾ ਹੈਗਾ ਕਿ ਇੱਕ ਜਿਹੜਾ ਨੈਸ਼ਨਲ ਡਰੈਸ ਕੋਡ ਕਹਿ ਲਈਏ ਜਾਂ ਇੱਕ ਧਰਮ ਦੀ ਵਲਗਣ ਤੋਂ ਉਹ ਦੂਰ ਵਿਚਰ ਰਹੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਪਰ ਇਸ ਦੌਰਾਨ ਉਹ ਕੱਟੜ ਵੀ ਬਹੁਤ ਨੇ, ਸਖਤ ਵੀ ਬਹੁਤ ਨੇ, ਜ਼ਾਲਮ ਵੀ ਬਹੁਤ ਨੇ। ਤੁਸੀਂ ਵੇਖੋ ਕਿ ਤਿਆਨਮਨ ਚੌਂਕ ਦੇ ਵਿੱਚ 4-5 ਹਜ਼ਾਰ ਯੂਥ ਸੀ ਜਿਹੜਾ ਕਿਵੇਂ ਉਸ ਨੂੰ ਟੈਂਕਾਂ ਥੱਲੇ ਦਰੜਿਆ ਸੀ। ਚੀਨ ਵੱਡਾ ਮੁਲਕ ਹੈ, ਵਿਸ਼ਵ ਦੀ ਵੱਡੀ ਵਸੋਂ ਆਬਾਦੀ ਹੈ, ਕਿਵੇਂ ਉਹਨਾਂ ਨੇ ਸਖਤੀ ਨਾਲ ਆਪਣੀ ਆਬਾਦੀ ਨੂੰ ਕੰਟਰੋਲ ਕੀਤਾ। ਤੁਸੀਂ ਵੇਖੋ ਸਾਡੇ ਆਬਾਦੀ ਜਿਵੇਂ ਧੜਾ ਧੜ ਵੱਧ ਰਹੀ ਹੈ। ਸਾਡੇ ਜਥੇਦਾਰ ਸਾਹਿਬ ਵੀ ਕਹਿੰਦੇ ਸੀ ਆਬਾਦੀ ਵਧਾਓ, ਸਿੱਖਾਂ ਦੀਆਂ ਵੋਟਾਂ ਵਧਾਓ, ਤੇ ਉਧਰ RSS ਵੀ ਕਹਿੰਦੀ ਹੈ ਵੋਟਾਂ ਵਧਾਓ, ਤੇ ਮੁਸਲਿਮ ਭਾਈਚਾਰਾ ਤਾਂ ਆਪਣੇ ਧੁੱਕੀ ਕੱਢੀ ਜਾਂਦਾ ਜਵਾਕਾਂ ਦੀ। ਉਹ ਕਹਿੰਦੇ ਸਾਰੀ ਦੁਨੀਆ 'ਚ ਅੱਲਾ ਮੀਆਂ ਦਾ ਰਾਜ ਹੋਵੇਗਾ। ਪਰ ਜੇ ਪੁੱਛੇ ਅੱਲਾ ਮੀਆਂ ਦਾ ਰਾਜ ਤੇ ਪਾਕਿਸਤਾਨ 'ਚ ਵੀ ਹੈ, ਕਿੰਨਾ ਕੁ ਸੁਖੀ ਵਸਦਾ ਪਾਕਿਸਤਾਨ? ਨਿੱਤ ਦਿਨ ਧਮਾਕੇ ਹੁੰਦੇ ਨੇ। ਸੋ ਜ਼ਰੂਰੀ ਨਹੀਂ ਹੁੰਦਾ ਕਿ ਭੇਡਾਂ ਬਹੁਤੀਆਂ ਹੋਣ ਤੇ ਉਹ ਜੰਗਲ ਦੀਆਂ ਮਾਲਕ ਬਣ ਜਾਂਦੀਆਂ ਨੇ, ਨਹੀਂ। ਇਹ ਤੇ ਫਿਤਰਤ ਸਾਨੂੰ ਸਮਝਣੀ ਪੈਂਦੀ ਹੈ ਕਿ ਜਿਹੜਾ ਜਾਂਬਾਜ਼ ਹੈ, ਦਲੇਰ ਹੈ, ਜ਼ੁਰਤ ਵਾਲਾ, ਜ਼ਹਿਨੀਅਤ ਵਾਲਾ, ਉਹੀ ਰਾਜਾ ਬਣਦਾ ਹੈ। ਰਾਜ ਭਾਗ ਹਮੇਸ਼ਾ ਉਹਨਾਂ ਲੋਕਾਂ ਦੇ ਚੱਲਦੇ ਨੇ। ਬਾਕੀ ਸ਼ੇਰ ਸ਼ੂਰ ਵਾਲਾ ਵੀ ਵਹਿਮ ਹੀ ਹੈ। ਦੇਖੋ ਮੱਝਾਂ ਨੇ ਕਿਵੇਂ, ਬਾਂਦਰਾਂ ਨੇ ਕਿਵੇਂ ਲਫੇੜੇ ਸ਼ੇਰਾਂ ਦੇ ਮਾਰੇ ਨੇ। ਕੈਮਰੇ ਨੇ ਬਹੁਤ ਦੁਨੀਆ ਦਾ ਜਿਹੜਾ ਸੱਚ ਸੀਗਾ ਉਸ ਨੂੰ ਝੂਠ ਸਾਬਤ ਕਰ ਦਿੱਤਾ ਕਿ ਸ਼ੇਰ ਹੀ ਜੰਗਲ ਦਾ ਰਾਜਾ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਸੋ ਸਾਰਿਆਂ ਨੂੰ ਰਹਿਣ ਦਾ ਅਧਿਕਾਰ ਹੈ, ਤੁਹਾਡੀ ਆਜ਼ਾਦੀ ਤੁਹਾਡੇ ਨੱਕ ਤੱਕ ਹੈ, ਪਰ ਜ਼ਿਆਦਾ ਬੇਲੋੜੀ ਵਸੋਂ ਵਧਾ ਕੇ ਕੀ ਕਰੋਗੇ। ਸ਼ਿਵ ਬਟਾਲਵੀ ਜਿਹਨੂੰ ਮੁਹੱਬਤ ਦਾ, ਇਸ਼ਕ ਦਾ, ਬਿਰਹਾ ਦਾ ਸ਼ਾਇਰ ਕਿਹਾ ਜਾਂਦਾ, ਉਹ ਸਮਾਜਿਕ ਸਾਰੋਕਾਰਾਂ ਦਾ ਵੀ ਸ਼ਾਇਰ ਸੀ। ਜਦੋਂ ਕਹਿੰਦਾ ਰੱਬਾ ਜਗ ਤੇ ਰਾਸ਼ਨ ਕਰਦੇ, ਇੱਕ ਪੁੱਤਰ ਇੱਕ ਧੀ, 13 ਬੱਚੇ ਤੇਰੇ, ਚੱਬ ਜਾਵਣਗੇ ਧਰਤੀ ਤੇਰੀ, ਸੂਰਜ ਜਾਣਗੇ ਪੀ। ਆਪ ਦਾ ਸਵਾਗਤ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜਵਾਨਾ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗੁਰਨਾਮ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਹਾਂਜੀ ਭਾਈ ਜੀ, ਸਵਾਗਤ ਹੈ ਤੁਹਾਡਾ। ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ ਤੁਹਾਡਾ, ਰੋਜ਼ ਸੁਣੀਦਾ। ਫੋਨ ਵੀ ਲੱਗ ਜਾਂਦਾ, ਮੈਂ ਤੇ ਲਾਉਂਦਾ ਨਹੀਂ, ਜ਼ਿਆਦਾਤਰ ਸੁਣੀ ਦੀਆਂ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ। ਮਿਹਰਬਾਨੀ। ਲੱਗ ਜਾਂਦਾ, ਬੰਦੇ ਕਿਉਂ ਕੰਪਲੇਂਟ ਕਰਦੇ ਆ। ਚਲੋ ਕੋਈ ਨਹੀਂ, ਕਈ ਵਾਰੀ ਹੁੰਦਾ ਹੀ ਹੈ। ਕੋਈ ਧਰਮ ਬਹੁਤ ਵਧੀਆ ਚੀਜ਼ ਹੈ, ਜੇ ਬੰਦਾ ਹਰ ਕੋਈ ਧਰਮ ਨੂੰ ਸਮਝਣਾ। ਧਰਮ ਹਰ ਇੱਕ ਦਾ ਵਿਅਕਤੀਗਤ ਮੁੱਦਾ ਹੋਣਾ ਚਾਹੀਦਾ। ਪਰ ਉੱਥੇ ਇੰਡੀਆ 'ਚ ਇਹ ਮਾਹੌਲ ਬਣਿਆ ਪਿਆ ਕਿ ਮੈਂ ਧਰਮ ਨੂੰ ਮੰਨਾਂ ਨਾ ਮੰਨਾਂ, ਪਰ ਮੈਂ ਦੂਜੇ ਨੂੰ ਜ਼ਰੂਰ ਚਾਹਾਂਗਾ ਕਿ ਇਹ ਜ਼ਰੂਰ ਧਰਮ ਦੇ ਹਿਸਾਬ ਨਾਲ ਚੱਲੇ ਤੇ ਜਿੱਦਾਂ ਮੈਂ ਚਾਹੁੰਦਾ, ਜਿਹੜੀ ਮੇਰੀ ਸੋਚ ਆ ਧਰਮ ਪ੍ਰਤੀ ਉੱਦਾਂ ਚੱਲੇ। ਹੁਣ ਇੰਨੇ ਮਾੜੇ ਹਾਲ ਆ ਹਰ ਸੈਕਟਰ 'ਚ। ਉੱਥੇ ਪੈਟਰੋਲ ਡੀਜ਼ਲ ਦੀ ਨਜਾਇਜ਼ ਕੀਮਤਾਂ ਵਧਾਈਆਂ, ਸਾਰਿਆਂ ਨੂੰ ਪਤਾ, ਪਰ ਕੋਈ ਨਹੀਂ ਪੁੱਛਿਆ। ਪਰ ਅੱਜ ਮੋਦੀ ਦਾ ਕੋਈ ਵੀ ਧਰਮ ਦੇ ਨਾਂ ਤੇ ਕੋਈ ਬਿਆਨ ਦੇ ਦੇਣਾ, ਸੜਕਾਂ ਤੇ ਧਰਨੇ ਲੱਗ ਜਾਣਗੇ, ਉੱਥੇ ਕਿਰਪਾਨਾਂ ਡਾਂਗਾ ਲੈ ਕੇ ਨਿਕਲ ਆਣਗੇ। ਇਹ ਫਰਕ ਹੈ। ਤੇ ਜਿਹੜਾ ਪਹਿਲਾ ਬਾਈ ਕਿਹਾ ਗਿਆ, ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਬਾਈ ਨੇ। 70 ਸਾਲ 'ਚ ਕੰਮ ਹੋਏ ਆ, ਪਰ ਜੋ ਹੋਣੇ ਚਾਹੀਦੇ ਆ, ਜੋ ਆਪਣੇ ਲੋਕਾਂ ਦੀ ਕੈਪੈਸਿਟੀ ਹੈ, ਉਹਦੇ ਹਿਸਾਬ ਨਾਲ ਅਸੀਂ ਦੇਖੀਏ ਨਹੀਂ ਹੋਏ। ਪਿੱਛੇ ਨੂੰ ਹੁਣ ਤੇ ਖਾਸ ਕਰਕੇ ਥੋੜੇ ਪਿਛਲੇ 6-7 ਸਾਲ ਤੋਂ ਪਿੱਛੇ ਨੂੰ ਜਾ ਰਹੇ ਅਸੀਂ ਜੀ। ਥੈਂਕ ਯੂ, ਮਿਹਰਬਾਨੀ। ਦੇਖੋ ਧਰਮ ਇੱਕ ਕੋਡ ਹੈ, ਇੱਕ ਕਾਨੂੰਨ ਹੈ ਜਿਹੜੇ ਸਾਡੇ ਬਜ਼ੁਰਗਾਂ, ਸਤਿਕਾਰਤ ਗੁਰੂਆਂ, ਪੀਰਾਂ, ਰਹਿਬਰਾਂ ਨੇ, ਰਿਸ਼ੀਆਂ ਮੁਨੀਆਂ ਨੇ ਬਣਾਇਆ ਸੀਗਾ ਕਿ ਭਾਈ ਕਿਸੇ ਦਾ ਹੱਕ ਨਹੀਂ ਖਾਣਾ। ਧਰਮ ਇੱਕ ਸ਼ਿਸ਼ਟਾਚਾਰ ਹੈ, ਇੱਕ ਸਿਧਾਂਤ ਹੈ, ਇੱਕ ਸੰਵਿਧਾਨ ਹੈ। ਤੇ ਆਪਾਂ ਜਦੋਂ ਕਹਿੰਦੇ ਆ ਕਿ ਆਪਣਾ ਮਜ਼ਹਬ ਤੇ ਆਪਣਾ ਮੁੰਡਾ, ਮੈਂ ਅਕਸਰ ਕਹਿਣਾ ਹਰ ਇੱਕ ਨੂੰ ਬੜਾ ਮਨਮੋਹਣਾ ਲੱਗਦਾ। ਆਪਾਂ ਕਹਿੰਦੇ ਆ ਕਿ ਮੇਰੇ ਧਰਮ ਦੀ ਗੱਲ ਹੋਵੇ, ਮੇਰਾ ਧਰਮ ਪੂਰੀ ਦੁਨੀਆ 'ਚ ਹੋਵੇ, ਪਰ ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ ਹੋਣਾ। ਔਰੰਗਜ਼ੇਬ ਵੀ ਫੇਲ ਹੋ ਗਿਆ ਸੀਗਾ। ਯਾਦਵਿੰਦਰ ਸਿੰਘ ਨਾਨਾਸੂ ਸਾਹਿਬ ਨੈਕਸਲ ਨੌਜਲਾ ਸੋਢੀ ਸਾਹਿਬ ਤੇ ਥੋੜ੍ਹਾ ਸ਼ਰਾਰਤ ਕਰ ਗਏ ਨੇ। ਕਹਿੰਦੇ ਤੁਸੀਂ ਕੋਈ TV ਛੱਡਦੇ ਨਹੀਂ, ਕੰਨ ਕੀ ਕਰਨਾ, ਆਵਾਜ਼ਾਂ ਦੇ ਤੁਹਾਨੂੰ ਸੁਣਨੀਆਂ ਨੇ, ਕੰਨ ਵੀ ਵਿਚਾਰੇ ਥੱਕੇ ਨੇ। ਨੈਕਸਲ ਨੌਜਲਾ ਨਾਮ ਬੜਾ ਸੋਹਣਾ ਕਟਾਕਸ਼ ਕਰ ਗਏ ਨੇ। ਦੇਖੋ ਸਾਡਾ ਪਰਿਵਾਰ ਹੈ ਜੀ। ਸੋਢੀ ਸਾਹਿਬ ਬੜੇ ਫਰਾਕ ਦਿਲ ਬੰਦੇ ਨੇ, ਹੱਸ ਕੇ ਸਾਥ ਦਿੰਦੇ ਨੇ, ਕੋਈ ਦਿਲ ਤੇ ਨਹੀਂ ਲਾਉਂਦੇ। ਯਾਦਵਿੰਦਰ ਸਿੰਘ ਅੰਡਾਲ, ਨਾਨਾਸੂ ਸਾਹਿਬ, ਦਵਿੰਦਰ ਸਿੰਘ, ਜਤਿੰਦਰ ਕੁਮਾਰ, ਦਵਿੰਦਰ ਸਿੰਘ ਸਿਆਣ, ਥੈਂਕ ਯੂ। ਅਮਰਜੀਤ ਸਿੰਘ ਖਹਿਰਾ ਜੀ ਤੇ ਸਿੱਧੂ ਨੇ ਕਹਿ ਦਿੱਤਾ ਸੀ ਆਓ ਲੋਗੋ,
ਅਸੀਂ ਤੁਹਾਡੇ ਨਾਲ ਹਾਂ। ਬੈਂਸ ਭਰਾ ਡਾਕਟਰ ਗਾਂਧੀ ਸੁੱਚਾ ਸਿਉ, ਫੂਲਕਾ ਘੁੱਗੀ ਜੌਲ, ਕੁਲਦੀਪ ਚਨਾਗਰਾ, ਸਾਰਿਆਂ ਨੂੰ ਪੰਜਾਬ ਲਈ ਇਕੱਠਾ ਹੋਣਾ ਚਾਹੀਦਾ। ਸਿੰਘ ਕਿੰਗ, ਗੁਰਜੀਤ ਪਨੇਸਰ ਕਹਿੰਦੇ ਮੋਦੀ ਗਵਰਨਮੈਂਟ 100% ਫੇਲ ਹੈ ਸਾਰੇ ਫਰੰਟ ਤੇ। ਹਰਜਿੰਦਰ ਸਿੰਘ ਸੰਧੂ, ਰਾਮ ਬਾਵਾ ਮਾਣੂਕੇ, ਨਿੰਮਾ ਸਿੰਘ ਐਂਡ ਗੁਰਨਾਰ ਸਿੰਘ ਜਨੌਦਾ ਕਹਿੰਦੇ ਭਾਸ਼ਣ ਘੱਟ ਦਿਆ ਕਰੋ। ਸੁਖਵਿੰਦਰ ਸਿੰਘ ਸਿਆਰ ਕਹਿੰਦੇ ਮੋਦੀ ਸਾਹਿਬ ਦੀ ਚਿੱਠੀ 22 'ਚ ਖੁੱਲ੍ਹਣੀ ਹੈ, ਜੇ ਪਾਈ ਹੋਈ ਤਾਂ ਕਿਤੇ ਖਿਆਲਾਂ ਦੇ ਵਿੱਚ ਹੀ ਨਾ ਲਿਖੀ ਹੋਵੇ। ਬਿਲਕੁਲ 2022 'ਚ ਬੜਾ ਕੁਛ ਖੁੱਲ੍ਹਣਾ ਹੈ ਅਤੇ ਮੋਦੀ ਸਾਹਿਬ ਦਾ ਕੰਮ ਲੋਕਾਂ ਨੂੰ ਬੇਵਕੂਫ ਬਣਾਉਣਾ। ਅਨਭਗਤ ਜਿਹੜੇ ਨੇ ਬੇਵਕੂਫ ਬਣ ਰਹੇ ਨੇ। ਸੋ ਬਿਲਕੁਲ ਜੀ, ਕਿਸੇ ਵੀ ਪਾਰਟੀ ਦੇ ਅਨਭਗਤ ਨਾ ਬਣੋ, ਨਾ ਕਿਸੇ ਪੱਤਰਕਾਰ ਦੇ ਬਣੋ। ਚੀਨ ਤੋਂ ਕਹਿੰਦੇ ਮੋਦੀ ਇੰਨਾ ਡਰਦਾ ਹੈ ਕਿ ਹਿੰਮਤ ਨਹੀਂ ਚੀਨ ਦਾ ਨਾਂ ਲਵੇ। ਖੈਰ, ਅਜੇ ਭੁੱਲਰ, ਅਮਰਿੰਦਰਪਾਲ ਸਿੰਘ, ਮਹਿੰਦਰ ਸਿੰਘ ਸਰਾਂ, ਹਰਜੀਤ ਸਿੰਘ ਸੰਧੂ ਸਾਹਿਬ ਕੁਰਕਸ਼ੇਤਰ 'ਚ ਕਹਿੰਦੇ ਮੱਕੀ ਦਾ ਰੇਟ 1219 ਰੁਪਈਏ ਲੱਗ ਰਿਹਾ ਛੋਟੇ ਦਾਣੇ ਵਾਲੀ ਦਾ। ਅਤੇ ਰਾਮ ਬਾਵਾ ਮਾਣੂਕੇ, ਬਲਜੀਤ ਬਲ, ਹਰਬਿੰਦਰ ਸਿੰਘ ਸੰਧੂ, ਜਗੀਰ ਸਿੰਘ, ਅਵਤਾਰ ਸਿੰਘ ਬਹਿਲੋਲਪੁਰ, ਬਲਜਿੰਦਰ ਸਿੰਘ ਮੌੜ, ਸਤਨਾਮ ਖਹਿਰਾ, ਹੈਰੀ ਰੂਪ ਰਾਏ, ਪਰਮਿੰਦਰ ਸਿੰਘ, ਰਵਿੰਦਰ ਜੋਸ਼ਨ, ਅਫਸਰ ਸਿੰਘ ਚੌਹਾਨ, ਰੇਡੀਓ ਵਾਲੀ ਟੀਮ ਆ ਗਈ ਹੈ ਜੀ। ਸੁਖਦੇਵ ਬੈਂਸ, ਭਰਪੂਰ ਬਰਾੜ, ਸਭ ਸੱਜਣਾ ਦਾ ਧੰਨਵਾਦ। ਭੈਣ ਰਾਣੀ ਜੌਲ, ਹਰਵਿੰਦਰ, ਸਾਰਿਆਂ ਦਾ ਧੰਨਵਾਦ। ਕੁਛ ਕਮੈਂਟ ਰਹਿ ਗਏ, ਉਹਨਾਂ ਦੀ ਮਾਫੀ। ਸੋ ਮੇਰੇ ਕੈਮਰਾਮੈਨ ਅਤੁਲ ਵਰਮਾ ਸਾਹਿਬ, ਰਘੂ ਜੀ, ਸੂਰਜ, ਦਕਸ਼, ਸਾਰੀ ਟੀਮ ਅੱਜ ਬੈਠੀ ਹੈ। ਸੋ ਸਾਰਿਆਂ ਦਾ ਦਿਲੋਂ ਧੰਨਵਾਦ। ਸੋ ਕੱਲ੍ਹ ਫੇਰ ਮਿਲਣ ਦੇ ਵਾਅਦੇ ਨਾਲ ਮੈਂ ਪਰਮਿੰਦਰ ਆਪ ਜੀ ਤੋਂ ਆਗਿਆ ਚਾਹਾਂਗਾ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।